ਹੈਲੋ ਦੋਸਤੋ, ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ। ਤੇ ਕੰਪਿਊਟਰ ਜੀਕੇ ਦੀ ਕਲਾਸਾਂ ਸ਼ੁਰੂ ਕਰੀ ਹੋਈਆਂ ਨੇ ਆਪਾਂ ਨੇ ਬਾਈ, ਤੇ 5 ਕਲਾਸਾਂ ਹੋ ਚੁੱਕੀਆਂ ਨੇ ਤੇ ਅੱਜ ਆਪਣੀ ਵਾਰੀ ਹੈ 6ਵੀਂ ਕਲਾਸ ਕਰਨ ਦੀ। ਠੀਕ ਹੈ, ਇਨਪੁਟ ਡਿਵਾਈਸ ਆਪਾਂ ਨੇ ਪੜ੍ਹਨੀ ਹੈ ਬਾਈ। ਇਨਪੁਟ ਤੇ ਆਊਟਪੁੱਟ ਇੱਕ ਬਹੁਤ ਇੰਪੋਰਟੈਂਟ ਟੌਪਿਕ ਹੈ। ਇਹਦੇ ਤੋਂ ਡਾਇਰੈਕਟ ਪੇਪਰ ਦੇ ਵਿੱਚ ਇੱਕ ਕੁਐਸਚਨ ਤਾਂ ਤੁਹਾਨੂੰ ਡੈਫੀਨੇਟਲੀ ਦੇਖਣ ਨੂੰ ਮਿਲਦਾ ਬਾਈ, ਇਨਪੁਟ ਜਾਂ ਆਊਟਪੁੱਟ ਡਿਵਾਈਸ ਦੇ ਉੱਤੇ। ਠੀਕ ਹੈ, ਬੜਾ ਸਿੰਪਲ ਜਿਹਾ ਕੁਐਸਚਨ ਹੁੰਦਾ ਹੈ। ਆਪਾਂ ਸਾਰੇ ਕੁਐਸਚਨ ਜਿੰਨੇ ਕਿ ਪੁੱਛੇ ਜਾ ਸਕਦੇ ਆ ਸਾਰਾ ਕੁਝ ਕਵਰ ਕਰਾਂਗੇ ਬਾਈ ਵਧੀਆ ਤਰੀਕੇ ਨਾਲ। ਠੀਕ ਹੈ, ਤੇ ਫਿਰ ਵੀ ਤੁਹਾਡੀ ਕੋਈ ਕੁਐਰੀ ਕੋਈ ਡਾਊਟ ਹੈਗਾ ਮੈਨੂੰ ਮੈਸੇਜ ਕਰ ਸਕਦੇ ਹੋ ਇੰਸਟਾਗ੍ਰਾਮ ਅਕਾਊਂਟ ਤੇ ਟੈਲੀਗ੍ਰਾਮ ਚੈਨਲ ਨਾਲ ਜਰੂਰ ਜੁੜ ਜਾਓ ਬਾਈ। ਹਰ ਇੱਕ ਵੀਡੀਓ ਦਾ ਲਿੰਕ ਵਗੈਰਾ ਤੁਹਾਨੂੰ ਉੱਥੇ ਮਿਲਦਾ, ਜੋ ਵੀ ਆਪਾਂ PDF ਵਗੈਰਾ ਸ਼ੇਅਰ ਕਰਦੇ ਆ ਉੱਥੇ ਆਪਾਂ ਤੁਹਾਨੂੰ ਪ੍ਰੋਵਾਈਡ ਕਰਦੇ ਆ। ਠੀਕ ਹੈ, ਬਾਕੀ ਜਿਹੜੇ ਸਟੂਡੈਂਟ ਨਵੇਂ ਹੈਗੇ ਆ ਬਾਈ, ਆਪਣੀ ਐਂਡਰੋਇਡ ਐਪ ਹੈਗੀ ਹੈ ਪ੍ਰਤਾਪ ਅਕੈਡਮੀ ਐਗਜ਼ਾਮ ਕੀ ਦੇ ਨਾਂ ਤੋਂ। ਇਹ ਐਪ ਤੁਸੀਂ ਡਾਊਨਲੋਡ ਕਰ ਸਕਦੇ ਹੋ। ਇੱਥੇ ਪੰਜਾਬ ਦੇ ਹਰ ਇੱਕ ਐਗਜ਼ਾਮ ਦੀ ਤਿਆਰੀ ਵਾਸਤੇ ਕੋਰਸ ਚੱਲਦੇ ਆ, ਉਹਨਾਂ ਨਾਲ ਤੁਸੀਂ ਜੁੜ ਸਕਦੇ ਹੋ। ਠੀਕ ਹੈ, ਆਪਾਂ ਫਿਰ ਸਟਾਰਟ ਕਰਦੇ ਹਾਂ ਬਈ ਅੱਜ ਦੇ ਆਪਣੇ ਟੌਪਿਕ ਇਨਪੁਟ ਡਿਵਾਈਸ ਤੋਂ। ਤੇ ਪਹਿਲੇ ਵਾਲੀ 5 ਕਲਾਸਾਂ ਦੀ ਇੱਕ ਅਲੱਗ ਤੋਂ ਪਲੇਲਿਸਟ ਬਣੀ ਹੋਈ ਹੈ। ਜੇ ਤੁਸੀਂ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਹਿਲਾਂ ਉਹ ਵਾਲੀ ਕਲਾਸਾਂ ਤੁਸੀਂ ਜ਼ਰੂਰ ਦੇਖੋ। ਠੀਕ ਹੈ, ਕਿਉਂਕਿ ਆਪਾਂ ਬਿਲਕੁਲ ਸਿਸਟਮ ਦੇ ਨਾਲ ਬਿਲਕੁਲ ਪੈਟਰਨ ਦੇ ਹਿਸਾਬ ਨਾਲ ਹੀ ਕੰਪਿਊਟਰ ਨੂੰ ਡਿਸਕਸ ਕਰ ਰਹੇ ਆ। ਇੱਕ ਟੌਪਿਕ ਨੂੰ ਆਪਾਂ ਇਹ ਨਹੀਂ ਰੈਂਡਮਲੀ ਆਪਾਂ ਕੋਈ ਟੌਪਿਕ ਨਹੀਂ ਕਰ ਰਹੇ ਕਿ ਵਿੱਚ ਕੋਈ ਟੌਪਿਕ ਕਰਾਤਾ ਵਿੱਚ ਕੋਈ ਟੌਪਿਕ ਕਰਾਤਾ। ਬਿਲਕੁਲ ਸਿਸਟਮ ਦੇ ਨਾਲ ਬਿਲਕੁਲ ਸਿਲੇਬਸ ਦੇ ਅਕੋਰਡਿੰਗ ਆਪਾਂ ਕਲਾਸਾਂ ਜਿਹੜੀ ਕਰ ਰਹੇ ਆ। ਤਾਂ ਅੱਜ ਆਪਣਾ ਟੌਪਿਕ ਕੀ ਹੈ, ਇਨਪੁਟ ਡਿਵਾਈਸਾਂ। ਤਾਂ ਇਨਪੁਟ ਡਿਵਾਈਸਾਂ ਨੂੰ ਆਪਾਂ ਨੇ 2 ਕੈਟਾਗਰੀ ਦੇ ਵਿੱਚ ਵੰਡਿਆ ਹੋਇਆ। ਠੀਕ ਹੈ, ਹਾਲਾਂਕਿ ਇਹ ਕੋਈ ਜ਼ਰੂਰੀ ਵੀ ਨਹੀਂ, ਤੁਹਾਨੂੰ ਕੋਈ ਪੁੱਛਦਾ ਨਹੀਂ ਕਿੰਨੀ ਕੈਟਾਗਰੀਆਂ ਦੇ ਵਿੱਚ ਇਨਪੁਟ ਡਿਵਾਈਸਾਂ ਵੰਡੀ ਹੋਈਆਂ। ਇਹ ਜਸਟ ਆਪਣੀ ਸਹੂਲੀਅਤ ਦੇ ਹਿਸਾਬ ਨਾਲ ਤੁਸੀਂ ਕਹਿ ਸਕਦੇ ਹੋ। ਇੱਕ ਹੁੰਦੀ ਹੈ ਪੁਆਇੰਟਿੰਗ ਟਾਈਪ ਇਨਪੁਟ ਡਿਵਾਈਸ। ਪੁਆਇੰਟਿੰਗ ਟਾਈਪ ਉਹ ਹੁੰਦੀ ਹੈ ਜਿਵੇਂ ਆਪਣਾ ਮਾਊਸ ਹੋ ਗਿਆ ਹੈ ਨਾ, ਉਹ ਮਤਲਬ ਇੱਕ ਕਿਸੇ ਜਗ੍ਹਾ ਨੂੰ ਪੁਆਇੰਟ ਕਰਨ ਵਾਸਤੇ ਹੁੰਦੀ ਹੈ ਨਾ। ਜਿਵੇਂ ਕਰਸਰ ਹੋ ਗਿਆ ਤੁਹਾਡਾ ਮਾਊਸ ਦਾ ਹੈ ਨਾ, ਇਹ ਪੁਆਇੰਟ ਸਪੈਸ਼ਲ ਇੱਕ ਪੁਆਇੰਟ ਹੁੰਦਾ ਇਹਦੇ ਤੇ, ਮਤਲਬ ਇੰਡੀਕੇਸ਼ਨ ਵਾਸਤੇ ਹੈ ਨਾ, ਇਹਨੂੰ ਪੁਆਇੰਟ ਕਰਨ ਵਾਸਤੇ है ना। माउस हो गया, पॉइंटिंग स्टिक होगी, टच स्क्रीन होगी, ये भी किसी एक खास जगह से तुसी टच कर सकते हो इदा करके, तो ये पॉइंटिंग डिवाइस होगी। बकायदा इन्हां दा एक कर्सर हुंदा, एक पॉइंटर हुंदा है ना, ट्रैक बाल। तो ये इदां दी एक पॉइंटिंग डिवाइसां हुंदियां इनपुट टाइप है ना। ते बाकी अदर जिवें कीबोर्ड हो गया। ठीक है, तो ये इन्ना कोई जरूरी वैसे है नहीं सीगा, बट फिर भी तुहानूं पता होना चाहिए। कई बार इदां पुछ लैंदे आ कि माउस किस तरह की इनपुट डिवाइस है, तो माउस एक पॉइंटिंग इनपुट डिवाइस है, पॉइंटिंग। ठीक है, ਅੱਜ ਫਿਰ ਆਪਾਂ ਸ਼ੁਰੂ ਕਰਦੇ ਹਾਂ ਬਈ ਇਨਪੁਟ ਡਿਵਾਈਸਾਂ। ਇਹ ਸਾਰੀ ਹੈਗੀਆਂ ਇਨਪੁਟ ਡਿਵਾਈਸਾਂ। ਤੇ ਇਨਪੁਟ ਡਿਵਾਈਸ ਦਾ ਤੁਹਾਨੂੰ ਪਤਾ ਹੋਣਾ ਇਨਪੁਟ ਡਿਵਾਈਸ ਹੁੰਦੀ ਕੀ ਹੈ। ਆਪਾਂ ਕੰਪਿਊਟਰ ਦੇ ਵਿੱਚ ਕੋਈ ਕਮਾਂਡ, ਕੁਝ ਵੀ ਆਪਾਂ ਨੇ ਕੰਪਿਊਟਰ ਨੂੰ ਕੋਈ ਇੰਸਟਰਕਸ਼ਨ, ਕੁਝ ਨਿਰਦੇਸ਼ ਦੇਣਾ ਹੈ ਨਾ, ਕੁਝ ਵੀ ਕੰਪਿਊਟਰ ਦੇ ਅੰਦਰ ਡਾਟਾ ਜਿਹੜਾ ਉਹ ਭੇਜਣਾ, ਤਾਂ ਡਾਟਾ ਭੇਜਣ ਵਾਸਤੇ ਕੋਈ ਨਾ ਕੋਈ ਡਿਵਾਈਸ ਤਾਂ ਸਾਨੂੰ ਚਾਹੀਦੀ ਹੈ ਨਾ, ਕੋਈ ਨਾ ਕੋਈ ਮਸ਼ੀਨ, ਕੋਈ ਨਾ ਕੋਈ ਯੰਤਰ ਦਾ ਚਾਹੀਦਾ ਹੈ ਜਿਹਦਾ ਇਸਤੇਮਾਲ ਕਰਕੇ ਆਪਾਂ ਕੰਪਿਊਟਰ ਦੇ ਅੰਦਰ ਡਾਟਾ ਦੇਵਾਂਗੇ। ਕੀਬੋਰਡ ਰਾਹੀਂ ਐਂਟਰ ਕਰਾਂਗੇ ਹੈ ਨਾ, ਟਾਈਪ ਕਰਕੇ, ਮਾਊਸ ਰਾਹੀਂ ਕਲਿੱਕ ਕਰਕੇ ਕਰਾਂਗੇ, ਮਾਈਕ ਰਾਹੀਂ ਬੋਲ ਕੇ ਕਰ ਦਾਂਗੇ, कैमरे ਦੇ ਨਾਲ ਉਹਨੂੰ ਦਿਖਾ ਕੇ ਕਰ ਦਾਂਗੇ। ਤਾਂ ਇਹ ਸਾਰੀ ਕੁਝ ਚੀਜ਼ਾਂ ਜਿਹੜੀ ਹੈਗੀਆਂ ਇਹ ਸਾਰੀ ਡਿਵਾਈਸਾਂ ਇਨਪੁਟ ਡਿਵਾਈਸਾਂ ਹੁੰਦੀਆਂ। ਠੀਕ ਹੈ, ਜਿਹੜੀ ਕੰਪਿਊਟਰ ਨੂੰ ਡਾਟਾ ਦੇਣ ਦੇ ਕੰਮ ਆਉਂਦੀਆਂ ਹੈ ਨਾ, ਕੰਪਿਊਟਰ ਦੇ ਵਿੱਚ ਡਾਟਾ ਐਂਟਰ ਕਰਨ ਦੇ ਕੰਮ ਆਉਂਦੀਆਂ। ਇਹ ਸਕਰੀਨਸ਼ਾਟ ਲੈ ਲਓ, ਮੋਸਟ ਇੰਪੋਰਟੈਂਟ ਹੈਗਾ ਆ ਬਈ। ਇਹ ਡਿਵਾਈਸਾਂ ਤੁਹਾਨੂੰ ਯਾਦ ਰੱਖਣੀ ਹੈ ਕਿ ਇਹ ਸਾਰੀ ਡਿਵਾਈਸਾਂ ਇਨਪੁਟ ਡਿਵਾਈਸਾਂ ਹੈਗੀਆਂ। ਇਹਨੂੰ ਕੱਲੀ ਨੂੰ ਡਿਸਕਸ ਕਰਾਂਗੇ, ਬਟ ਇਹ ਟੇਬਲ ਤੁਹਾਨੂੰ, ਇਹ ਮਤਲਬ ਇਹ ਜਿਹੜੀ ਲਿਸਟ ਹੈ ਇਹ ਤੁਹਾਨੂੰ ਹਰ ਟਾਈਮ ਪਤਾ ਹੋਣੀ ਚਾਹੀਦੀ ਹੈ, ਯਾਦ ਹੋਣੀ ਚਾਹੀਦੀ ਹੈ। ਠੀਕ ਹੈ, ਡਾਇਰੈਕਟਲੀ ਕੁਐਸਚਨ ਦੇਖਣ ਨੂੰ ਮਿਲਦੇ ਆ। ਹੁਣ ਆਪਾਂ ਇਹਨੂੰ ਕੱਲੀ ਨੂੰ ਡਿਸਕਸ ਕਰਾਂਗੇ। ਪਹਿਲਾਂ ਕੀਬੋਰਡ ਤੇ ਮਾਊਸ ਨੂੰ ਡਿਸਕਸ ਕਰਦੇ ਹਾਂ ਆਪਾਂ। ਹਾਂਜੀ, ਕੀਬੋਰਡ ਦੇ ਉੱਤੇ ਬਹੁਤ ਸਾਰੇ ਕੁਐਸਚਨ ਬਣਦੇ ਆ ਤੇ ਮੈਜੋਰਿਟੀ ਵਾਲੇ ਕੁਐਸਚਨ ਆਪਾਂ ਅੱਜ ਡਿਸਕਸ ਕਰ ਲਾਂਗੇ ਕੰਪਿਊਟਰ ਦੇ। ਬਾਕੀ ਜਿਹੜੀ ਸ਼ਾਰਟਕਟ ਕੀਜ਼ ਵਗੈਰਾ ਹੈਗੀ ਆ ਉਹਨਾਂ ਦੀ ਮੈਂ ਇੱਕ ਅਲੱਗ ਤੋਂ ਵੀਡੀਓ ਲੈ ਕੇ ਆਉਂਗਾ, ਉੱਥੇ ਕਰਾਉਂਗਾ ਤੁਹਾਨੂੰ। ਠੀਕ ਹੈ, ਤਾਂ ਕੀਬੋਰਡ ਦੇਖੋ ਬਈ, ਕੀਬੋਰਡ ਦੇ ਅੰਦਰ ਕਿੰਨੀ ਕੀਜ਼ ਹੁੰਦੀਆਂ ਨੇ, ਇਹ ਬਿਲਕੁਲ ਸਭ ਤੋਂ ਸਿੰਪਲ ਕੁਐਸਚਨ ਹੈ। ਬਟ ਅੱਜ ਦਾ ਕੀਬੋਰਡ ਤੁਸੀਂ ਦੇਖੋਗੇ ਨਾ, ਸਾਰੇ ਕੀਬੋਰਡ ਦੇ ਵਿੱਚ ਅਲੱਗ-ਅਲੱਗ ਕੀਜ਼ ਹੀ ਤੁਹਾਨੂੰ ਮਿਲਣਗੀਆਂ। ਕਿਸੇ ਦੇ ਵਿੱਚ 120, ਕਿਉਂਕਿ ਅੱਜ ਕੱਲ੍ਹ ਮਲਟੀਮੀਡੀਆ ਵਾਲੇ ਵੀ ਆ ਰਹੇ ਆ ਕੀਬੋਰਡ, ਜਿਹਦੇ 'ਚ ਜਿਵੇਂ ਮਿਊਜ਼ਿਕ ਵਗੈਰਾ ਦਾ ਬਟਨ ਹੁੰਦਾ ਹੈ ਜਾਂ ਫਿਰ ਆਵਾਜ਼ ਜਿਹੜੀ ਘੱਟ ਵੱਧ ਕਰਨ ਦਾ ਬਟਨ ਹੁੰਦਾ ਹੈ। ਇੱਦਾਂ ਕਰਕੇ ਕਾਫੀ ਬਟਨ ਹੈ ਜਿਹੜੇ ਆ ਰਹੇ ਆ ਅੱਜ ਕੱਲ੍ਹ। ਠੀਕ ਹੈ ਨਾ, ਬਟਨ ਨਹੀਂ ਮਤਲਬ ਆਪਾਂ ਕੀ ਇਹ ਵਰਡ ਯੂਜ਼ ਕਰਾਂਗੇ ਕੀ। ਠੀਕ ਹੈ, ਬਟ ਜਿਹੜਾ ਸਟੈਂਡਰਡ ਕੀਬੋਰਡ ਸੀਗਾ ਉਹਦੇ ਵਿੱਚ 101 ਕੀਜ਼ ਸੀਗੀ। ਕਿੰਨੀ? 101 ਕੀਜ਼। ਯਾਦ ਰੱਖਣਾ, ਇਹ ਕੁਐਸਚਨ ਡਾਇਰੈਕਟ ਆ ਜਾਂਦਾ ਹੈ ਕਿ ਸਟੈਂਡਰਡ ਕੀਬੋਰਡ ਦੇ ਵਿੱਚ ਕਿੰਨੀ ਕੀਜ਼ ਸੀਗੀ? 101। ਬਾਕੀ ਅੱਜ ਕੱਲ੍ਹ 120 ਤੱਕ ਵੀ ਪਹੁੰਚ ਚੁੱਕੀ ਹੈ, ਬਟ ਉਹ ਇੰਨਾ ਕੋਈ ਇੰਪੋਰਟੈਂਟ ਹੈਗਾ ਨਹੀਂ। ਤੇ ਇਹ ਜਿਹੜਾ ਕੀਬੋਰਡ ਹੁੰਦਾ ਬਈ, ਇਹਨੂੰ ਆਪਾਂ ਕੀ ਬੋਲਦੇ ਆ? ਦੇਖੋ, ਇਹ ਜਿਹੜਾ ਕੀਬੋਰਡ ਹੈਗਾ ਇਹਦੇ ਸਟਾਰਟਿੰਗ ਦੇ ਤੁਸੀਂ ਉਹ ਦੇਖੋ ਵਰਡ, ਜਿਹੜੀ ਕੀਜ਼ ਹੈਗੀ ਆ QWERTY ਹੈ ਨਾ। ਇਸ ਕਰਕੇ ਇਸ ਕੀਬੋਰਡ ਨੂੰ ਆਪਾਂ ਬੋਲਦੇ ਆ QWERTY ਕੀਬੋਰਡ। ਠੀਕ ਹੈ, QUERTY।
ਇਹਦੀ ਖੋਜ ਕਿਹਨੇ ਕਰੀ ਸੀ, ਇਹ ਵੀ ਯਾਦ ਰੱਖਣਾ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ, ਕਈ ਵਾਰ ਪੇਪਰ ਦੇ ਵਿੱਚ ਆ ਚੁੱਕਿਆ ਇਹ ਕੁਐਸਚਨ। ਤਾਂ ਇਹ ਹੈਗਾ ਬਈ ਕ੍ਰਿਸਟੋਫਰ ਲੈਥਮ। ਇਹ ਜਿਹੜਾ QWERTY ਕੀਬੋਰਡ ਹੈ ਜਿਹੜਾ ਆਪਾਂ ਹੁਣ ਦੇਖ ਕੇ ਹਟੇ ਆ, ਇਹਦੀ ਖੋਜ ਕਿਹਨੇ ਕਰੀ ਹੈ, ਕ੍ਰਿਸਟੋਫਰ ਲੈਥਮ ਨੇ ਕਰੀ ਹੈ, ਇਹ ਯਾਦ ਰੱਖਣਾ ਹੈ। ਬਾਕੀ ਜਿੰਨੀ ਵੀ ਇਹ ਕੀਜ਼ ਹੈਗੀਆਂ ਸਾਰਿਆਂ ਦੇ ਨਾਮ, ਸਾਰਿਆਂ ਦੀ ਟਾਈਪ ਅਲੱਗ-ਅਲੱਗ ਹੈ। ਇੱਕ ਇੱਕ ਕਰਕੇ ਦੇਖਦੇ ਆ। ਸਭ ਤੋਂ ਪਹਿਲਾਂ ਹੈਗੀ ਆ ਫੰਕਸ਼ਨ ਕੀਜ਼। ਫੰਕਸ਼ਨ ਕੀਜ਼ ਕਿੰਨੀ ਹੁੰਦੀਆਂ ਨੇ ਟੋਟਲ, ਫੰਕਸ਼ਨ ਕੀਜ਼ ਹੁੰਦੀਆਂ ਨੇ 12। ਯਾਦ ਰੱਖਣਾ ਹੈ, ਡਾਇਰੈਕਟ ਪੇਪਰ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲਦਾ ਹੈ ਕਿ ਕੀਬੋਰਡ ਦੇ ਵਿੱਚ ਕਿੰਨੀ ਫੰਕਸ਼ਨ ਕੀਜ਼ ਹੁੰਦੀਆਂ ਨੇ, 12। ਕਿਹੜੀਆਂ, ਇਹ ਦੇਖੋ ਬਈ ਕਿਹੜੀ ਕੁਐਸਚਨ ਕਿਹੜੀ ਹੈਗੀ ਆ। ਇਹ ਤੁਹਾਡਾ ਕੀਬੋਰਡ ਹੋ ਗਿਆ F1 F2 F3 F4 F5 6 7 8 9 10 12। ਇਹ ਜਿਹੜੀ ਸਭ ਤੋਂ ਉੱਪਰ ਇਹ ਹੈਗੀ ਆ ਨਾ 12, ਇਹਨੂੰ ਆਪਾਂ ਬੋਲਦੇ ਆ ਫੰਕਸ਼ਨ ਕੀਜ਼। ਠੀਕ ਹੈ, 12 ਹੈਗੀਆਂ ਤੇ ਹਰ ਕੀ ਦਾ ਇੱਕ ਆਪਣਾ ਅਲੱਗ-ਅਲੱਗ ਫੰਕਸ਼ਨ ਹੈ। ਠੀਕ ਹੈ, ਕਿਸੇ ਸੌਫਟਵੇਅਰ ਦੇ ਵਿੱਚ ਕਿਸੇ ਹੋਰ ਤਰੀਕੇ ਨਾਲ ਕੰਮ ਕਰਨੀ ਹੈ, ਬਾਕੀ ਜੇ ਸਿੰਪਲ ਆਪਾਂ ਇਹਨੂੰ ਯੂਜ਼ ਕਰਦੇ ਤਾਂ ਹੋਰ ਤਰੀਕੇ ਨਾਲ ਕੰਮ ਕਰਨੀ ਹੈ। ਸ਼ਾਰਟਕਟ ਵੀ ਇਹਨਾਂ ਦੇ ਹੈਗੇ ਆ, ਮਤਲਬ ਹਰ ਇੱਕ ਕੀ ਦਾ ਆਪਣਾ ਕੋਈ ਨਾ ਕੋਈ ਖਾਸ ਫੰਕਸ਼ਨ ਹੈ। ਉਹ ਮੈਂ ਤੁਹਾਨੂੰ ਬਾਈ ਟ੍ਰਿਕ ਯਾਦ ਕਰਾਉਂ ਜਦੋਂ ਮੈਂ ਤੁਹਾਨੂੰ ਸ਼ਾਰਟਕਟ ਦੀ ਵੀਡੀਓ ਕਰਾਉਂ। ਫਿਲਹਾਲ ਤੁਸੀਂ ਯਾਦ ਕੀ ਰੱਖਣਾ ਹੈ, ਕਿੰਨੀ ਫੰਕਸ਼ਨ ਕੀਜ਼ ਹੈਗੀਆਂ, 12। ਇਹ ਮੈਂ ਤੁਹਾਨੂੰ ਦਿਖਾਤੀ ਕੀਬੋਰਡ ਦੇ ਵਿੱਚ ਕਿੱਧਰ ਹੈ। ਠੀਕ ਹੈ, ਬਾਕੀ ਇੰਨੇ ਤਾਂ ਮਤਲਬ ਕੀਬੋਰਡ ਦਾ ਤੁਸੀਂ ਪਹਿਲਾਂ ਦੇਖਿਆ ਹੀ ਹੋਣਾ। ਉਸ ਤੋਂ ਬਾਅਦ ਬਈ ਫਿਰ ਗੱਲ ਆਉਂਦੀ ਹੈ ਅਲਫਾਬੈਟਿਕ ਕੀਜ਼ ਦੀ। ਅਲਫਾਬੈਟਿਕ ਕੀਜ਼ ਕਿੰਨੀਆਂ ਨੇ, ਅਲਫਾਬੈਟਿਕ ਕੀਜ਼ ਤਾਂ ਅਲਫਾਬੈਟਿਕ ਕੀਜ਼ ਹੈਗੀ ਆ 26, A ਤੋਂ ਲੈ ਕੇ Z ਤੱਕ। ਠੀਕ ਹੈ, A ਤੋਂ ਲੈ ਕੇ Z ਤੱਕ ਤਾਂ ਸਾਰੀ ABC ਵਾਲੀ ਜਿੰਨੀ ਵੀ ਕੀ ਹੈਗੀ ਆ ਬਈ ਉਹ ਸਾਰੀ ਅਲਫਾਬੈਟਿਕ ਕੀਜ਼ ਹੈਗੀ ਆ 26 ABCD ਦੇ ਵਿੱਚ 26 ਅਲਫਾਬੈਟ ਹੁੰਦੇ ਆ ਤਾਂ 26 ਅਲਫਾਬੈਟਿਕ ਕੀਜ਼ ਹੈਗੀ ਆ। ਨੂਮੈਰਿਕ ਕੀਜ਼ ਕਿੰਨੀਆਂ ਨੇ, ਤਾਂ 0 ਤੋਂ ਲੈ ਕੇ 9 ਤੱਕ ਇੱਕ ਅਲੱਗ ਤੋਂ ਨੰਬਰ ਪੈਡ ਦਿਆ ਹੋਇਆ ਹੁੰਦਾ ਬਈ, ਉਹਨੂੰ ਆਪਾਂ ਨੂਮੈਰਿਕ ਕੀਜ਼ ਬੋਲਦੇ ਆ। ਦੇਖੋ ਜ਼ਿਆਦਾਤਰ ਕੀਬੋਰਡ ਦੇ ਵਿੱਚ ਹੁੰਦਾ ਹੈ, ਬਾਕੀ ਅੱਜ ਕੱਲ ਕੁਝ ਛੋਟੇ ਕੀਬੋਰਡ ਆ ਰਹੇ ਆ ਉਹਨਾਂ ਦੇ ਵਿੱਚ ਇਹ ਪੈਡ ਨਹੀਂ ਮਿਲੂਗਾ ਤੁਹਾਨੂੰ। ਸਾਈਡ ਦੇ ਵਿੱਚ ਇੱਕ ਹੁੰਦਾ ਇੱਕ ਅਲੱਗ ਤੋਂ, ਹਨਾ, ਇਹਦੇ ਵਿੱਚ ਤੁਹਾਨੂੰ 0 1 2 3 4 5 6 7 8 9 ਇਹ ਮਿਲੂਗਾ, ਹਨਾ। ਇਹ ਹੋਣਗੀ ਨੂਮੈਰਿਕ ਕੀਜ਼। ਠੀਕ ਹੈ, ਇਹ ਨੂਮੈਰਿਕ ਕੀਜ਼ ਹੋਣਗੀ ਬਾਈ, ਯਾਦ ਰੱਖਣਾ ਹੈ। ਬਾਕੀ ਦੇਖੋ ਜਿਹੜੇ ਕੀਬੋਰਡ ਅੱਜ ਕੱਲ ਲੇਟੈਸਟ ਆ ਰਹੇ ਆ ਛੋਟੇ ਕੀਬੋਰਡ ਹੈ ਉਹਨਾਂ ਦੇ ਵਿੱਚ ਇਹ ਨਹੀਂ ਹੈਗਾ, ਉਹਨਾਂ ਨੂੰ ਇੱਥੇ ਹੀ ਇਹਨਾਂ ਦਾ ਯੂਜ਼ ਕਰਕੇ ਆਪਾਂ ਨੰਬਰ ਹੈ ਜਿਹੜੇ ਲਿਖ ਸਕਦੇ ਆ, ਇੱਥੇ ਵੀ ਹੁੰਦੀ ਹੈ ਨੰਬਰ ਕੀਜ਼। ਠੀਕ ਹੈ, ਨੈਕਸਟ ਉਸ ਤੋਂ ਬਾਅਦ ਵੀ ਇਹ ਪੁੱਛ ਲਿਆ ਜਾਂਦਾ। ਦੇਖੋ ਇਹ ਤਾਂ ਚਲੋ ਬਿਲਕੁਲ ਸੌਖੇ ਜਿਹੇ ਕੁਐਸਚਨ ਹੋ ਗਏ। ਅਲਫਾਬੈਟਿਕ ਕੀਜ਼ ਇਹ ਤਾਂ ਬੱਚਿਆਂ ਨੂੰ ਵੀ ਪਤਾ ਹੁੰਦਾ। ਨੂਮੈਰਿਕ ਕੀਜ਼ ਤੇ ਨੂਮੈਰਿਕ ਕੀਜ਼ ਬਾਰੇ ਅੱਛਾ ਇੱਕ ਗੱਲ ਇਹ ਯਾਦ ਰੱਖ ਸਕਦੇ ਹੋ ਤੁਸੀਂ ਕਿ ਸ਼ਿਫਟ ਕੀ ਦੇ ਨਾਲ, ਹਨਾ, ਜਦੋਂ ਆਪਾਂ ਸ਼ਿਫਟ ਕੀ ਪ੍ਰੈਸ ਕਰਦੇ ਹਾਂ, ਸ਼ਿਫਟ ਕੀ ਦੇਖੋ ਇੱਥੇ ਹੁੰਦੀ ਹੈ, ਇਹ ਹੈਗੀ ਆ ਸ਼ਿਫਟ ਕੀ। ਸ਼ਿਫਟ ਕੀ ਦਾ ਯੂਜ਼ ਕਰਕੇ ਆਪਾਂ ਨੂਮੈਰਿਕ ਕੀਜ਼ ਨੂੰ ਡਾਇਰੈਕਸ਼ਨਲ ਐਰੋਜ਼ ਦੇ ਤੌਰ ਤੇ ਵਰਤ ਸਕਦੇ ਹਾਂ, ਡਾਇਰੈਕਸ਼ਨਲ ਕੀਜ਼ ਦੇ ਤੌਰ ਤੇ। ਜਿਵੇਂ 8 ਦੇ ਉੱਤੇ ਦੇਖੋ ਤੁਸੀਂ ਇਹ ਐਰੋ ਬਣੇ ਹੋਏ ਨਾ, ਤਾਂ ਸ਼ਿਫਟ ਦੇ ਨਾਲ ਆਪਾਂ ਸ਼ਿਫਟ ਨੂੰ ਇੱਥੇ ਕਲਿੱਕ ਕਰਕੇ 8 ਦਾ ਯੂਜ਼ ਕਰਕੇ ਆਪਾਂ ਐਰੋ ਦੇ ਤੌਰ ਤੇ ਵਰਤ ਸਕਦੇ ਆ। ਇਹਨੂੰ ਅਪ ਜਾਏਗਾ, 2 ਡਾਊਨ ਵਾਸਤੇ ਹੋ ਗਿਆ, ਇਹ ਲੈਫਟ ਰਾਈਟ ਵਾਸਤੇ ਹੋ ਗਿਆ। ਠੀਕ ਹੈ, ਤਾਂ ਇਹ ਯਾਦ ਰੱਖਣਾ। ਕਈ ਵਾਰ ਇਦਾਂ ਦਾ ਕੁਐਸਚਨ ਦੇਖਿਆ ਗਿਆ ਕਿ ਕਿਹੜੇ ਕੀਜ਼ ਦੇ ਨਾਲ ਕੰਬੀਨੇਸ਼ਨ ਦੇ ਵਿੱਚ ਕੰਮ ਕਰਕੇ ਜਿਹੜੀ ਨੂਮੈਰਿਕ ਕੀਜ਼ ਹੈਗੀਆਂ ਉਹ ਡਾਇਰੈਕਸ਼ਨਲ ਐਰੋ ਦੇ ਤੌਰ ਤੇ ਕੰਮ ਕਰਦੀਆਂ, ਤਾਂ ਇਹ ਸ਼ਿਫਟ ਇਹਦਾ ਆਨਸਰ ਆ ਜਾਊਗਾ। ਠੀਕ ਹੈ, ਸ਼ਿਫਟ ਕੀ। ਉਸ ਤੋਂ ਬਾਅਦ ਬਈ ਬਹੁਤ ਇੰਪੋਰਟੈਂਟ ਹੈ ਟੋਗਲ ਕੀਜ਼। ਟੋਗਲ ਕੀਜ਼ ਕਿਹੋ ਜੀ ਹੁੰਦੀਆਂ, ਤੇ ਟੋਗਲ ਕੀਜ਼ ਬੇਸਿਕਲੀ ਅਜਿਹੀ ਕੀ ਹੁੰਦੀ ਹੈ ਜਿਹੜੀ ਔਨ ਆਫ ਫੰਕਸ਼ਨ ਦੀ ਤਰ੍ਹਾਂ ਕੰਮ ਕਰਦੀ ਹੈ, ਹਨਾ। ਆਪਾਂ ਪ੍ਰੈਸ ਕਰਾਂਗੇ ਕੋਈ ਫੰਕਸ਼ਨ ਔਨ ਹੋ ਜਾਏਗਾ, ਆਪਾਂ ਫਿਰ ਦੁਬਾਰਾ ਪ੍ਰੈਸ ਕਰਾਂਗੇ ਉਹ ਫੰਕਸ਼ਨ ਆਫ ਹੋ ਜਾਏਗਾ। ਫੋਰ ਐਗਜ਼ਾਮਪਲ ਕੈਪਸ ਲੌਕ ਹੋ ਗਿਆ। ਹੁਣ ਦੇਖੋ ਇਹ ਕੈਪਸ ਲੌਕ ਕਿੱਥੇ ਹੈ, ਕੈਪਸ ਲੌਕ ਦੀ ਕੀ ਦੇਖੋ ਤੁਸੀਂ, ਇਹ ਹੈਗੀ ਹੈ ਕੈਪਸ ਲੌਕ ਦੀ ਕੀ, ਇਹ ਕੈਪਸ ਲੌਕ ਹੈਗੀ ਹੈ ਕੀ। ਠੀਕ ਹੈ, ਜਦੋਂ ਮੈਂ ਇਹਨੂੰ ਪ੍ਰੈਸ ਕਰੂੰਗਾ, ਮੰਨ ਲਓ ਮੈਂ ਕੀਬੋਰਡ ਤੇ ਕੁਝ ਟਾਈਪ ਕਰ ਰਿਹਾ ਬਈ, ਕੀਬੋਰਡ ਤੇ ਕੁਝ ਟਾਈਪ ਕਰ ਰਿਹਾ ਤਾਂ ਉਹ ਛੋਟੇ ਅੱਖਰਾਂ ਦੇ ਵਿੱਚ ਟਾਈਪ ਹੋ ਰਿਹਾ, ਛੋਟੀ A B C D ਐਦਾਂ ਕਰਕੇ, ਹਨਾ, ਸਮਾਲ ਲੈਟਰਸ ਦੇ ਵਿੱਚ ਟਾਈਪ ਹੋ ਰਿਹਾ। ਮੈਂ ਕੈਪਸ ਲੌਕ ਦਬਾਇਆ, ਕੈਪਸ ਲੌਕ ਔਨ ਹੋ ਗਿਆ। ਇਸ ਤੋਂ ਬਾਅਦ ਜਦੋਂ ਮੈਂ ਟਾਈਪ ਕਰਾਂਗਾ ਤਾਂ ਬੜੇ ਅੱਖਰ ਮਤਲਬ ਕੈਪੀਟਲਸ ਦੇ ਵਿੱਚ ਹੋਊਗਾ A B C D, ਤਾਂ ਇਹ ਫੰਕਸ਼ਨ ਔਨ ਆਫ ਵਾਸਤੇ ਯੂਜ਼ ਹੋਗੀ ਨਾ ਕੀ, ਹਨਾ। ਤਾਂ ਕੈਪਸ ਲੌਕ ਇੱਕ ਤਰ੍ਹਾਂ ਦੀ ਟੋਗਲ ਕੀ ਹੋਗੀ, ਕੈਪਸ ਲੌਕ ਹੈ ਜਿਹੜੀ ਇੱਕ ਤਰ੍ਹਾਂ ਦੀ ਕੀ ਹੋਗੀ, ਟੋਗਲ ਕੀ ਹੋਗੀ, ਯਾਦ ਰੱਖਣਾ ਹੈ। ਤਾਂ ਅੱਜ ਹੀ ਕਈ ਹੁੰਦੀਆਂ ਟੋਗਲ ਕੀਜ਼, ਯਾਦ ਰੱਖਣਾ ਹੈ ਬਈ ਕਿਹੜੀ ਹੁੰਦੀਆਂ। ਆ ਦੇਖ ਲਓ ਤੁਸੀਂ, ਕੈਪਸ ਲੌਕ, ਨਮ ਲੌਕ, ਇਨਸਰਟ, ਸਕਰੋਲ ਲੌਕ। ਯਾਦ ਰੱਖਣਾ ਹੈ ਬਈ ਕਈ ਵਾਰ ਕੁਐਸਚਨ ਆ ਜਾਂਦਾ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜੀ ਕੀ ਟੋਗਲ ਕੀ ਹੈਗੀ ਜਾਂ ਕਿਹੜੀ ਕੀ ਟੋਗਲ ਕੀ ਨਹੀਂ ਹੈਗੀ, ਹਨਾ। ਇਦਾਂ ਦੇ ਕੁਐਸਚਨ ਦੇਖੇ ਜਾਂਦੇ ਆ। ਉਸ ਤੋਂ ਬਾਅਦ ਕੰਟਰੋਲ ਕੀਜ਼, ਮੋਡੀਫਾਇਰ ਕੀਜ਼ ਜਾਂ ਫਿਰ ਕੰਬੀਨੇਸ਼ਨ ਕੀ, ਇਹ ਕਿਹੋ ਜੀ ਹੁੰਦੀਆਂ।
ਤਾਂ ਇਹ ਬਈ ਅਜਿਹੀ ਕੀਜ਼ ਹੁੰਦੀ ਹੈ ਕੀਬੋਰਡ ਦੇ ਵਿੱਚ ਜਿਹੜੀ ਦੂਜੀ ਕੀ ਦੇ ਨਾਲ ਕੰਬੀਨੇਸ਼ਨ ਦੇ ਵਿੱਚ ਕੰਮ ਕਰਦੀਆਂ। ਕੰਬੀਨੇਸ਼ਨ ਮਤਲਬ ਦੂਜੀ ਕੀ ਦੇ ਨਾਲ ਰਲ ਕੇ ਕੰਮ ਕਰਦੀ ਹੈ, ਠੀਕ ਹੈ। ਇਹਦਾ ਨਾਂ ਤੋਂ ਹੀ ਪਤਾ ਲੱਗ ਰਿਹਾ, ਦੇਖੋ ਕੰਬੀਨੇਸ਼ਨ ਕੀ ਮਤਲਬ ਇਹ ਕੰਬੀਨੇਸ਼ਨ ਦੇ ਵਿੱਚ ਕੰਮ ਕਰਨਗੀਆਂ। ਤਾਂ ਕੰਬੀਨੇਸ਼ਨ ਤਾਂ ਯਾਦ ਹੀ ਰਹਿੰਦਾ, ਬਟ ਮੇਨ ਜਿਹੜੀ ਚੀਜ਼ ਇੱਥੇ ਯਾਦ ਰੱਖਣੀ ਉਹ ਹੈਗੀ ਆ ਮੋਡੀਫਾਇਰ, ਹਨਾ। ਤਾਂ ਜੇ ਤੁਹਾਨੂੰ ਕੁਐਸਚਨ ਆਏ ਕਿ ਮੋਡੀਫਾਇਰ ਕੀਜ਼ ਕਿਹੜੀਆਂ ਹੁੰਦੀਆਂ ਜਾਂ ਕਿਹੋ ਜਿਹੀ ਹੁੰਦੀਆਂ, ਤਾਂ ਬਈ ਅਜਿਹੀ ਕੀਜ਼ ਜਿਹੜੀ ਵਰਕ ਕਰਦੀਆਂ, ਕੰਮ ਕਰਦੀਆਂ ਇਨ ਕੰਬੀਨੇਸ਼ਨ ਵਿਦ ਅਦਰ ਕੀਜ਼, ਦੂਜੀ ਕੀਜ਼ ਦੇ ਨਾਲ ਕੰਬੀਨੇਸ਼ਨ ਦੇ ਵਿੱਚ ਕੰਮ ਕਰਦੀਆਂ ਨਾ ਜਿਹੜੀ ਕੀਜ਼, ਉਹਨਾਂ ਨੂੰ ਆਪਾਂ ਕਹਿੰਦੇ ਆ ਕੰਟਰੋਲ ਕੀਜ਼, ਮੋਡੀਫਾਇਰ ਕੀਜ਼ ਜਾਂ ਕੰਬੀਨੇਸ਼ਨ ਕੀਜ਼। ਕਿਹੜੀ ਕਿਹੜੀ ਹੈਗੀ ਆ ਬਈ, ਆ ਤੁਸੀਂ ਦੇਖ ਸਕਦੇ ਹੋ, ਸ਼ਿਫਟ, ਕੰਟਰੋਲ, ਆਲਟ, ਡਿਲੀਟ, ਐਂਟਰ, ਐਸਕੇਪ, ਐਦਾਂ ਕਰਕੇ ਇਹ ਸਾਰੀ ਹੈਗੀ ਆ, ਮੈਂ ਸਾਰੀ ਲਿਖੀ ਹੋਈ ਆ, ਠੀਕ ਹੈ। ਕਈ ਵਾਰ 3-4 ਆਪਸ਼ਨ ਦੇ ਕੇ ਕਹਿ ਦੇਣਗੇ ਇਹਨਾਂ ਵਿੱਚੋਂ ਕਿਹੜੀ ਕਿਹੜੀ ਕੀ ਕੰਟਰੋਲ ਕੀ ਹੈਗੀ ਆ ਜਾਂ ਮੋਡੀਫਾਇਰ ਕੀ ਹੈਗੀ ਆ, ਠੀਕ ਹੈ। ਇਹ ਦੂਜੀ ਕੀ ਦੇ ਨਾਲ ਸ਼ਾਰਟਕਟ ਵਗੈਰਾ ਕ੍ਰੀਏਟ ਕਰਨ ਦੇ ਵਿੱਚ ਜਾਂ ਹੋਰ ਕੋਈ ਫੰਕਸ਼ਨ ਕਰਨ ਦੇ ਵਿੱਚ ਕੰਮ ਆਉਂਦੀ ਹੈ, ਜਿਵੇਂ ਸ਼ਿਫਟ ਹੋ ਗਿਆ ਜਾਂ ਕੰਟਰੋਲ ਆਲਟ ਡਿਲੀਟ। ਇਹ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕੰਟਰੋਲ ਸ਼ਿਫਟ ਆਲਟ ਡਿਲੀਟ। ਇਹ ਤਾਂ ਯਾਦ ਰੱਖਣੀ ਕਿ ਇਹ ਤਾਂ ਬਈ ਕੰਬੀਨੇਸ਼ਨ ਕੀ ਜਾਂ ਮੋਡੀਫਾਇਰ ਕੀ ਹੈਗੀ ਆ, ਠੀਕ ਹੈ। ਉਸ ਤੋਂ ਇਲਾਵਾ ਕੀਬੋਰਡ ਦੇ ਉੱਤੇ ਇੱਥੇ ਹੀ ਕੁਐਸਚਨ ਖਤਮ ਨਹੀਂ ਹੁੰਦੇ, ਕੀਬੋਰਡ ਦੇ ਉੱਤੇ ਬਹੁਤ ਕੁਐਸਚਨ ਬਣਦੇ ਆ ਬਈ। ਨੈਕਸਟ ਆ ਜਾਓ ਜੀ, ਨੈਵੀਗੇਸ਼ਨ ਕੀ। ਨੈਵੀਗੇਸ਼ਨ ਕੀ ਹੁੰਦੀ ਹੈ ਜਿਹੜੀ ਨੈਵੀਗੇਸ਼ਨ ਮਤਲਬ ਅਪ ਡਾਊਨ ਲੈਫਟ ਰਾਈਟ ਵਾਸਤੇ ਕੰਮ ਹੁੰਦੀ ਆ, ਹਨਾ। ਇਹ ਦੇਖੋ ਇਹ ਜਿਹੜੀ ਕੀ ਹੈਗੀ ਆ, ਇਹ ਹੈਗੀ ਆ ਨੈਵੀਗੇਸ਼ਨ ਕੀਜ਼, ਠੀਕ ਹੈ। ਅਪ ਡਾਊਨ ਲੈਫਟ ਰਾਈਟ, ਠੀਕ ਹੈ, ਇਹ ਨੈਵੀਗੇਸ਼ਨ ਕੀਜ਼ ਹੈਗੀ ਆ, ਯਾਦ ਰੱਖਣਾ ਹੈ। ਲਾਰਜੈਸਟ ਕੀ, ਇਹ ਵੀ ਕੁਐਸਚਨ ਆਇਆ ਹੋਇਆ ਪੇਪਰ ਦੇ ਵਿੱਚ, ਕੀਬੋਰਡ ਦੇ ਵਿੱਚ ਸਭ ਤੋਂ ਵੱਡੀ ਕੀ ਕਿਹੜੀ ਹੁੰਦੀ ਹੈ, ਤਾਂ ਇਹ ਹੁੰਦੀ ਹੈ ਸਪੇਸ ਵਾਲੀ ਕੀ। ਸਭ ਤੋਂ ਵੱਡੀ ਜਿਹੜੀ ਹੁੰਦੀ ਹੈ ਸਪੇਸ, ਗੈਪ ਦੇਣ ਵਾਸਤੇ। ਆਪਾਂ ਕੋਈ ਅੱਖਰ ਲਿਖਦੇ ਆ, ਜਿਵੇਂ ਇਹ ਲਿਖਿਆ ਹੋਇਆ ਕਾਲਡ, ਤੇ ਫਿਰ ਸਪੇਸ ਦੇ ਕੇ ਕਰਸਰ, ਫਿਰ ਸਪੇਸ ਦੇ ਕੇ ਮੂਵਮੈਂਟ, ਤਾਂ ਇਹ ਸਪੇਸ ਦੇਣ ਵਾਸਤੇ ਸਪੇਸ ਕੀ ਯੂਜ਼ ਹੁੰਦੀ ਹੈ, ਜਿਹੜੀ ਸਭ ਤੋਂ ਵੱਡੀ ਕੀ ਹੁੰਦੀ ਹੈ, ਠੀਕ ਹੈ। ਬਾਕੀ ਇੰਨਾ ਤਾਂ ਪਤਾ ਹੀ ਹੁੰਦਾ ਸਾਰਿਆਂ ਨੂੰ, ਹਨਾ, ਇੰਨਾ ਕੋਈ ਜ਼ਿਆਦਾ ਔਖਾ ਵੀ ਨਹੀਂ ਹੈਗਾ। ਉਸ ਤੋਂ ਇਲਾਵਾ ਬਈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਬਹੁਤ ਹੀ ਜ਼ਿਆਦਾ। ਦੇਖੋ ਬੈਕ ਸਪੇਸ ਕੀ ਤੇ ਡਿਲੀਟ ਕੀ, ਬੈਕ ਸਪੇਸ ਕੀ ਤੇ ਡਿਲੀਟ ਕੀ ਇਹ ਕਿੱਥੇ ਹੁੰਦੀ ਆ, ਚਲੋ ਉਹ ਬਾਅਦ ਚ ਦੇਖਾਂਗੇ। ਪਹਿਲਾਂ ਤੁਸੀਂ ਇਹ ਦੇਖੋ, ਮੰਨ ਲਓ ਮੈਂ ਕੁਝ ਟਾਈਪ ਕਰ ਰਿਹਾ ਵੀ, ਮੈਂ ਲਿਖਿਆ ANKIT, ਅੰਕਿਤ, ਮੈਂ ਅੰਕਿਤ ਲਿਖਿਆ, ਹਨਾ। ਫਿਰ ਮੈਂ ਸਪੇਸ ਮਤਲਬ ਮੈਂ ਇੱਥੇ ਕੁਝ ਹੋਰ ਲਿਖਣਾ ਸੀ, ਬਟ ਇੱਥੋਂ ਲਿਖਿਆ ਗਿਆ ਕਿ ਬੀ ਲਿਖਿਆ ਗਿਆ ਮੈਥੋਂ। ਮੈਨੂੰ ਲੱਗਿਆ ਕਿ ਨਹੀਂ ਯਾਰ ਬੀ ਹੈ ਜਿਹੜਾ ਗਲਤ ਲਿਖਿਆ ਗਿਆ, ਮੈਂ ਇਸ ਨੂੰ ਕੀ ਕਰਨਾ ਹੈ, ਹਟਾਣਾ ਹੈ, ਡਿਲੀਟ ਕਰਨਾ ਹੈ। ਤਾਂ ਮੈਂ ਦਬਾਉਂਗਾ ਬੈਕ ਸਪੇਸ ਕੀ, ਜਿਹਦੇ ਨਾਲ ਬੀ ਹੈ ਜਿਹੜਾ ਉਹ ਡਿਲੀਟ ਹੋ ਜਾਏਗਾ, ਠੀਕ ਹੈ। ਤਾਂ ਜਿਹੜਾ ਮੇਰਾ ਕਰਸਰ ਸੀ, ਇਹ ਮੇਰਾ ਕਰਸਰ ਸੀਗਾ ਵੀ ਇੱਥੇ, ਠੀਕ ਹੈ, ਇਹ ਕਰਸਰ ਸੀਗਾ। ਤੇ ਜਦੋਂ ਮੈਂ ਬੈਕ ਸਪੇਸ ਕੀ ਦਬਾਈ ਤਾਂ ਕਰਸਰ ਦੇ ਲੈਫਟ ਸਾਈਡ, ਕਿਉਂਕਿ ਇਹ ਕਰਸਰ ਹੋ ਗਿਆ ਨਾ, ਸਮਝੋ ਇਹ ਕਰਸਰ ਹੋ ਗਿਆ ਬਈ, ਇਸ ਕਰਸਰ ਦੇ ਖੱਬੇ ਪਾਸੇ ਜੋ ਅਕਸਰ ਸੀਗਾ ਉਹ ਡਿਲੀਟ ਹੋਇਆ। ਮੰਨ ਲਓ ਹੁਣ ਮੇਰਾ ਕਰਸਰ ਇੱਥੇ ਆ ਗਿਆ, ਹੁਣ ਵੀ ਮੈਂ ਜੇ ਬੈਕ ਸਪੇਸ ਕੀ ਦਬਾਉਂਗਾ ਤਾਂ ਕਰਸਰ ਦੇ ਲੈਫਟ ਸਾਈਡ ਮਤਲਬ ਇਹ ਟੀ ਹੈ ਜਿਹੜਾ ਇਹ ਵੀ ਡਿਲੀਟ ਹੋ ਜਾਏਗਾ। ਹੁਣ ਮੇਰਾ ਕਰਸਰ ਇੱਥੇ ਆ ਜਾਊਗਾ, ਹੁਣ ਵੀ ਮੈਂ ਬੈਕ ਸਪੇਸ ਕੀ ਦਬਾਉਂਗਾ ਤਾਂ ਇਹਦੇ ਲੈਫਟ ਸਾਈਡ ਯਾਨੀ ਆਈ ਲਿਖਿਆ ਹੋਇਆ ਇਹ ਆਈ ਵੀ ਡਿਲੀਟ ਹੋ ਜਾਏਗਾ। ਹੁਣ ਕਰਸਰ ਇੱਥੇ ਆ ਜਾਊਗਾ, ਐਦਾਂ ਹੈ, ਠੀਕ ਹੈ। ਜੇ ਮੈਂ ਆਪਣਾ ਕਰਸਰ ਇੱਥੋਂ ਚੱਕ ਕੇ ਮੈਂ ਇੱਥੇ ਲਿਖਦਾ, ਇੱਥੇ ਲਗਾਦਾ ਕਰਸਰ ਨੂੰ, ਠੀਕ ਹੈ। ਹੁਣ ਜੇ ਮੈਂ ਡਿਲੀਟ ਕੀ ਦਬਾਵਾਂ, ਡਿਲੀਟ ਕੀ, ਫਿਰ ਇਸ ਕਰਸਰ ਦੇ ਰਾਈਟ ਸਾਈਡ ਮਤਲਬ ਸੱਜੇ ਹੱਥ A ਲਿਖਿਆ ਹੋਇਆ ਨਾ, A ਡਿਲੀਟ ਹੋ ਜਾਏਗਾ ਤਾਂ ਮੇਰਾ ਕਰਸਰ ਇੱਥੇ ਆ ਜਾਏਗਾ NK ਤੇ। ਫਿਰ ਮੈਂ ਡਿਲੀਟ ਦਬਾਵਾਂਗਾ, ਫਿਰ N ਹਟ ਕੇ ਇੱਥੇ K ਆ ਜਾਊਗਾ, ਐਦਾਂ ਬਈ, ਠੀਕ ਹੈ। ਇਹ ਯਾਦ ਰੱਖਣਾ ਹੈ। ਦੇਖੋ ਬੈਕ ਸਪੇਸ ਕੀ ਨਾ, ਦੁਬਾਰੇ ਦੇਖ ਲਓ, ਮੈਨੂੰ ਪਤਾ ਕਈ ਵਾਰ ਸਮਝ ਨਹੀਂ ਆਉਂਦਾ ਹੈ ਨਾ, ਦੁਬਾਰੇ ਸਮਝਣ ਵਾਲਾ ਪੁਆਇੰਟ ਹੈ, ਦੁਬਾਰੇ ਦੇਖੋ ਧਿਆਨ ਨਾਲ, ਛੱਡ ਦਿਓ ਉਸਨੂੰ ਪਹਿਲੇ ਵਾਲੇ ਨੂੰ। ਇਹ ਹੈਗਾ ਬੈਕ ਸਪੇਸ ਕੀ, ਇਹ ਬਟਨ ਜਿਹੜਾ ਹੈਗਾ ਬੈਕ ਦਾ ਹੈਗਾ। ਜਦੋਂ ਤੁਸੀਂ ਕੁਝ ਵੀ ਟਾਈਪ ਕਰ ਰਹੇ ਹੋ, ਤੁਹਾਨੂੰ ਲੱਗਿਆ ਕਿ ਗਲਤ ਟਾਈਪ ਹੋ ਗਿਆ ਹੈ ਨਾ, ਤੁਸੀਂ ਇਹ ਬਟਨ ਦਬਾਓ ਬੈਕ ਸਪੇਸ। ਕੀ ਹੁੰਦਾ ਹੈ, ਜੋ ਵੀ ਤੁਸੀਂ ਲਿਖਿਆ ਹੋਇਆ ਸੀਗਾ ਕਿ NKIT ਹੈ ਨਾ, ਇੱਥੇ ਸਾਡਾ ਕਰਸਰ ਆ ਗਿਆ, ਮਤਲਬ ਇੱਥੇ ਤੱਕ ਆਪਾਂ ਨੇ ਲਿਖਿਆ ਹੋਇਆ, ਇਹ ਕਰਸਰ ਹੈ, ਇੱਥੇ ਲਾਈਨ ਹੈ ਨਾ, ਕਰਸਰ ਮਤਲਬ ਇੱਥੇ ਲਾਈਨ ਆ ਗਈ। ਇਸ ਤੋਂ ਅੱਗੇ ਹਾਲੇ ਆਪਾਂ ਨੇ ਕੁਝ ਲਿਖਿਆ ਨਹੀਂ। ਮੈਨੂੰ ਲੱਗਿਆ ਕਿ ਟੀ ਨਹੀਂ ਯਾਰ, ਮੈਂ ਇੱਥੇ ਲਿਖਣਾ ਸੀ, ਤਾਂ ਮੈਂ ਬੈਕ ਦਬਾਉਂਗਾ, ਟੀ ਡਿਲੀਟ ਹੋ ਜਾਏਗਾ ਤੇ ਆਪਣਾ ਕਰਸਰ ਅੱਗੇ ਚਲੇ ਜਾਊਗਾ, ਇੱਧਰ ਆ ਜਾਏਗਾ। ਤਾਂ ਕਰਸਰ ਤੋਂ ਲੈਫਟ ਵਾਲੀ ਸਾਈਡ ਦਾ ਡਿਲੀਟ ਹੋਇਆ, ਕਰਸਰ ਤੋਂ ਲੈਫਟ ਵਾਲੀ ਸਾਈਡ ਦਾ। ਤਾਂ ਇਹ ਕੁਐਸਚਨ ਆਂਦਾ ਬਈ ਕਿ ਬੈਕ ਸਪੇਸ ਦਬਾਉਣ ਨਾਲ ਕਰਸਰ ਤੋਂ ਕਿਸ ਸਾਈਡ ਦਾ ਡਿਲੀਟ ਹੁੰਦਾ ਹੈ, ਲੈਫਟ ਸਾਈਡ ਦਾ ਡਿਲੀਟ ਹੁੰਦਾ ਹੈ, ਠੀਕ ਹੈ, ਯਾਦ ਰੱਖਣਾ ਹੈ। ਸੇਮ ਇਹ ਹੁੰਦਾ ਹੈ ਡਿਲੀਟ ਦਾ ਬਟਨ,
ਇਹ ਹੁੰਦਾ ਡਿਲੀਟ ਦਾ ਬਟਨ। ਡਿਲੀਟ ਦੇ ਬਟਨ ਨਾਲ ਕਰਸਰ ਤੋਂ ਰਾਈਟ ਸਾਈਡ ਦਾ ਡਿਲੀਟ ਹੁੰਦਾ। ਹੁਣ ਇੱਥੇ ਤਾਂ ਕੁਝ ਲਿਖਿਆ ਹੋਇਆ ਨਹੀਂ ਸੀਗਾ, ਮੰਨ ਲਓ ਇਹ ਲਿਖਿਆ ਹੋਇਆ ਹੈ ਬਈ ਐਂਡਰੋਇਡ, ਠੀਕ ਹੈ, ਤੇ ਮੇਰਾ ਕਰਸਰ ਹੈਗਾ ਇੱਥੇ, ਇਹ ਜਿਹੜੀ ਲਾਈਨ ਹੈ ਕਿ ਇਸ ਤੋਂ ਅੱਗੇ ਕੁਝ ਨਹੀਂ ਲਿਖਿਆ ਹੋਇਆ। ਮੈਂ ਆਪਣੇ ਕਰਸਰ ਨੂੰ ਇੱਥੋਂ ਹਟਾਇਆ, ਠੀਕ ਹੈ, ਮੈਂ ਆਪਣੇ ਕਰਸਰ ਨੂੰ ਇੱਥੋਂ ਹਟਾ ਕੇ ਇੱਥੇ ਰੱਖਤਾ ਕਰਸਰ ਆਪਣਾ, ਠੀਕ ਹੈ। ਹੁਣ ਦੇਖੋ, ਜੇ ਤਾਂ ਮੈਂ ਇੱਥੇ ਡਿਲੀਟ ਦਬਾਉਂਗਾ ਤਾਂ ਮੇਰੇ ਕਰਸਰ ਤੋਂ ਰਾਈਟ ਵਾਲਾ ਯਾਨੀ ਆਰ ਡਿਲੀਟ ਹੋ ਜਾਏਗਾ, ਠੀਕ ਹੈ, ਸੱਜੇ ਵਾਲਾ ਡਿਲੀਟ ਹੋ ਜਾਏਗਾ। ਜੇ ਮੈਂ ਇੱਥੇ ਦਬਾਉਂਗਾ ਬੈਕ ਸਪੇਸ ਤਾਂ ਫਿਰ ਡੀ ਡਿਲੀਟ ਹੋ ਜਾਏਗਾ। ਲੈਫਟ ਵਾਸਤੇ ਬੈਕ ਸਪੇਸ ਹੈਗਾ, ਰਾਈਟ ਵਾਸਤੇ ਡਿਲੀਟ ਹੈਗਾ। ਯਾਦ ਰੱਖਣਾ, ਇਹ ਕੁਐਸਚਨ ਆਉਂਦੇ ਆ ਬਈ। ਬਾਕੀ ਜੇ ਤੁਸੀਂ ਟਾਈਪ ਕਰੋਗੇ ਨਾ, ਇੱਕ ਵਾਰ ਜੇ ਤੁਹਾਡੇ ਕੋਲ ਕੰਪਿਊਟਰ ਹੈਗਾ, ਟਾਈਪ ਕਰਕੇ ਦੇਖਿਓ, ਫਿਰ ਬੈਕ ਸਪੇਸ ਤੇ ਡਿਲੀਟ ਹੈ ਜਿਹੜਾ ਉਹ ਤੁਸੀਂ ਲਗਾ ਕੇ ਦੇਖਣਾ ਹੈ, ਠੀਕ ਹੈ, ਤੁਹਾਨੂੰ ਪਤਾ ਲੱਗ ਜਾਏਗਾ ਬੈਕ ਸਪੇਸ ਕੀ ਤੇ ਡਿਲੀਟ ਕੀ, ਠੀਕ ਹੈ। ਉਸ ਤੋਂ ਬਾਅਦ ਬਈ ਕੀਬੋਰਡ ਦੇ ਉੱਤੇ ਟੈਬ ਕੀਜ਼ ਕਿਹੜੀ ਹੁੰਦੀ ਹੈ, ਠੀਕ ਹੈ, ਟੈਬ ਕੀਜ਼ ਨਹੀਂ, ਟੈਬ ਕੀ ਆਊਗਾ ਕੱਲਾ ਇੱਥੇ, ਠੀਕ ਹੈ, ਟੈਬ ਕੀ, ਇੱਕ ਕੀਜ਼ ਨਹੀਂ ਹੈਗੀ, ਕੱਲਾ ਕੀ ਹੈ। ਇਹ ਹੁੰਦੀ ਹੈ ਇਹ ਵਾਲੀ ਕੀ ਬਈ, ਠੀਕ ਹੈ, ਇਹ ਜਿਹੜੀ ਕੀ ਹੈਗੀ ਹੈ ਟੈਬ ਕੀ ਹੈਗੀ ਆ। ਇਹਦਾ ਇਸਤੇਮਾਲ ਹੁੰਦਾ ਹੈ ਬਹੁਤ ਸਾਰੇ ਸਪੇਸ ਇੱਕਦਮ ਦੇਣ ਵਾਸਤੇ, ਠੀਕ ਹੈ। ਵੈਸੇ ਦਾ ਸਪੇਸ ਦੇਣ ਵਾਸਤੇ ਆਪਣੇ ਕੋਲ ਇਹ ਕੀ ਹੈਗੀ ਆ ਸਪੇਸ, ਬਟ ਜਦੋਂ ਆਪਾਂ ਬਹੁਤ ਸਾਰੇ ਸਪੇਸ ਇਕੱਠੇ ਦੇਣੇ ਹੁੰਦੇ ਆ ਤਾਂ ਆਪਾਂ ਇੱਕ ਵਾਰ 'ਚ ਕੰਮ ਸਾਰ ਦਿੰਦੇ ਆ ਟੈਬ ਦਬਾ ਕੇ, ਠੀਕ ਹੈ, ਇਹ ਯਾਦ ਰੱਖਣਾ। ਉਸ ਤੋਂ ਬਾਅਦ ਬਈ ਵਿੰਡੋ ਕੀ, ਵਿੰਡੋ ਕੀ ਇਹ ਵਾਲੀ ਕੀ ਹੁੰਦੀ ਹੈ ਬਈ, ਹੋਮ ਕੀ ਵੀ ਇਹਨੂੰ ਬੋਲਦੇ ਆ। ਇਹ ਦਬਾਉਣ ਨਾਲ ਕੀ ਹੁੰਦਾ ਹੈ ਸਟਾਰਟ, ਇਹਨੂੰ ਮਤਲਬ ਇਹ ਦਬਾਉਣ ਨਾਲ ਲਾਂਚ ਹੋ ਜਾਂਦਾ ਹੈ ਸਟਾਰਟ ਬਟਨ, ਮਤਲਬ ਸਾਰੇ ਫੰਕਸ਼ਨ ਵਗੈਰਾ ਓਪਨ ਕਰ ਸਕਦੇ ਹੋ ਤੁਸੀਂ। ਫੋਰ ਐਗਜ਼ਾਮਪਲ ਇਹ ਦੇਖੋ, ਇਹ ਆਪਣੇ ਕੋਲ ਹੈਗੀ ਹੈ ਵਿੰਡੋ ਕੀ, ਸਟਾਰਟ ਕੀ, ਇੱਥੇ ਮੈਂ ਕਲਿੱਕ ਕਰਿਆ, ਇਹ ਸਾਰੇ ਜਿਹੜੇ ਆਪਸ਼ਨ ਜਿਹੜੇ ਵੀ ਸੌਫਟਵੇਅਰ ਮੈਂ ਇੰਸਟਾਲ ਕੀਤੇ ਹੋਏ ਆ ਇਹ ਸਾਰੇ ਓਪਨ ਹੋ ਜਾਣਗੇ, ਠੀਕ ਹੈ। ਤਾਂ ਇਦਾਂ ਹੈ। ਬਾਕੀ ਚੱਲਦੇ ਆਪਣੇ ਸੌਫਟਵੇਅਰ ਦੇ ਉੱਤੇ ਆਪਾਂ ਦੁਬਾਰਾ। ਉਸ ਤੋਂ ਬਾਅਦ ਬਈ ਐਸਕੇਪ ਕੀ, ਐਸਕੇਪ ਕੀ ਬਹੁਤ ਇੰਪੋਰਟੈਂਟ ਹੈ, ਯਾਦ ਰੱਖਣਾ ਹੈ। ਕੀਬੋਰਡ ਦੇ ਵਿੱਚ ਸਭ ਤੋਂ ਪਹਿਲੀ ਕੀ ਹੁੰਦੀ ਹੈ ਐਸਕੇਪ ਕੀ। ਇਹ ਦੇਖੋ ਸਭ ਤੋਂ ਪਹਿਲੀ ਕੀ ਹੁੰਦੀ ਹੈ ਐਸਕੇਪ ਕੀ, ਜਿਹਦੇ ਉੱਤੇ ESC ਲਿਖਿਆ ਹੁੰਦਾ ਹੈ। ਇਹ ਕੀ ਹੈ, ਜਦੋਂ ਕੋਈ ਵੀ ਫੰਕਸ਼ਨ ਵਗੈਰਾ, ਕੋਈ ਸਲਾਈਡ ਸ਼ੋ ਚੱਲਿਆ ਹੋਇਆ, ਕੋਈ ਵੀਡੀਓ ਵਗੈਰਾ, ਕੋਈ ਗਾਣਾ ਵਗੈਰਾ ਕੋਈ ਚੱਲਦਾ ਹੁੰਦਾ ਨਾ, ਹਨਾ, ਕੋਈ ਆਪਰੇਸ਼ਨ ਦੇ ਵਿੱਚ ਹੁੰਦਾ ਹੈ ਕੰਮ, ਐਸਕੇਪ ਕੀ ਦਬਾਉਣ ਨਾਲ ਆਪਾਂ ਉਸ ਨੂੰ ਕੈਨਸਲ ਕਰ ਸਕਦੇ ਹਾਂ, ਰੋਕ ਦਿੰਦੇ ਹਾਂ, ਠੀਕ ਹੈ। ਯਾਦ ਰੱਖਣਾ ਹੈ ਬਈ, ਸਭ ਤੋਂ ਪਹਿਲੀ ਕੀ ਇਹ ਹੁੰਦੀ ਹੈ। ਉਸ ਤੋਂ ਬਾਅਦ ਐਂਟਰ ਕੀ, ਐਂਟਰ ਕੀ ਬਹੁਤ ਇੰਪੋਰਟੈਂਟ ਹੈ। ਇਹ ਕਿੱਥੇ ਹੈ ਕੀਬੋਰਡ ਦੇ ਵਿੱਚ, ਤਾਂ ਇਹ ਦੇਖੋ, ਇਹ ਜਿਹੜੀ ਕੀ ਹੈਗੀ ਹੈ ਇਹ ਐਂਟਰ ਕੀ ਹੁੰਦੀ ਹੈ, ਠੀਕ ਹੈ। ਇਹ ਕਾਦੇ ਵਾਸਤੇ ਕੰਮ ਆਉਂਦੀ ਹੈ, ਜਦੋਂ ਆਪਾਂ ਕੋਈ ਲਾਈਨ ਲਿਖ ਰਹੇ ਹਾਂ, ਠੀਕ ਹੈ, ਮੰਨ ਲਓ ਆਪਾਂ ਨੇ ਇੱਥੇ ਲਿਖਿਆ ਬਈ ABCDE, ਫਿਰ ਮੈਂ ਇੱਥੇ ਨਹੀਂ ਲਿਖਣਾ, ਮੈਂ ਨੈਕਸਟ ਲਾਈਨ ਦੇ ਵਿੱਚ ਲਿਖਣਾ, ਤਾਂ ਮੈਂ ਇੱਥੇ ਐਂਟਰ ਦਬਾਉਂਗਾ, ਮੇਰੀ ਜਿਹੜੀ ਲਾਈਨ ਹੈ ਕਰਸਰ ਹੈ ਉਹ ਨੈਕਸਟ ਲਾਈਨ ਦੇ ਵਿੱਚ ਆ ਜਾਊਗਾ, ਇੱਥੋਂ ਸਟਾਰਟ ਹੋਊਗਾ, ਫਿਰ FGH, ਫਿਰ ਮੈਂ ਅਗਲੀ ਲਾਈਨ ਦੇ ਵਿੱਚ ਲਿਖਣਾ, ਫਿਰ ਮੈਂ ਐਂਟਰ ਦਬਾਉਂਗਾ, ਫਿਰ ਨੈਕਸਟ ਲਾਈਨ ਆ ਜਾਊਗੀ IJK, ਐਦਾਂ ਕਰਕੇ, ਠੀਕ ਹੈ। ਤਾਂ ਨੈਕਸਟ ਲਾਈਨ ਦੇ ਵਿੱਚ ਜਾਣ ਵਾਸਤੇ, ਨੈਕਸਟ ਲਾਈਨ ਦੇ ਵਿੱਚ ਜਾਣ ਵਾਸਤੇ ਆਪਾਂ ਐਂਟਰ ਹੈ ਜਿਹੜਾ ਉਹ ਦਬਾਉਂਦੇ ਆ, ਠੀਕ ਹੈ। ਇਹ ਦੇਖ ਲਓ ਵੀ ਐਂਟਰ ਕੀ ਫॉर ਲਾਈਨ ਬ੍ਰੇਕ, ਲਾਈਨ ਬ੍ਰੇਕ ਵਾਸਤੇ, ਇਟ ਬ੍ਰਿੰਗਸ ਦਾ ਕਰਸਰ ਡਾਊਨ ਟੂ ਦੀ ਨੈਕਸਟ ਲਾਈਨ। ਇਹ ਜਿਹੜਾ ਐਂਟਰ ਕੀ ਹੈ ਇਹ ਕਰਸਰ ਨੂੰ ਡਾਊਨ ਮਤਲਬ ਥੱਲੇ ਨੈਕਸਟ ਲਾਈਨ ਦੇ ਵਿੱਚ ਲੈ ਜਾਂਦਾ ਹੈ, ਥੱਲੇ ਵਾਲੀ ਨੈਕਸਟ ਲਾਈਨ ਦੇ ਵਿੱਚ ਲੈ ਜਾਂਦਾ ਹੈ ਕਰਸਰ ਨੂੰ, ਇਹ ਐਂਟਰ ਕੀ ਹੈ। ਕੀਬੋਰਡ ਦੇ ਉੱਤੇ ਬਹੁਤ ਕੁਐਸਚਨ ਹੈ, ਥੋੜੇ ਜਿਹੇ ਹੋਰ ਹੈ, ਇਹ ਵੀ ਦੇਖ ਲਓ, ਠੀਕ ਹੈ। ਇਹ ਚਾਰ ਕੀਜ਼ ਹੋਰ ਹੁੰਦੀਆਂ, ਹੋਮ ਐਂਡ ਪੇਜ ਅਪ ਪੇਜ ਡਾਊਨ, ਦੇਖੋ ਕੁਐਸਚਨ ਇਹਨਾਂ ਦੇ ਉੱਤੇ ਵੀ ਆ ਜਾਂਦਾ ਹੈ, ਠੀਕ ਹੈ। ਇਹ ਉਹ ਕੀ ਹੈਗੀਆਂ ਬਈ, ਹੋਮ ਹੋ ਗਿਆ, ਦੇਖੋ ਐਂਡ ਹੋ ਗਿਆ, ਪੇਜ ਅਪ ਪੇਜ ਡਾਊਨ, ਇਹਨਾਂ ਦੇ ਉੱਤੇ ਵੀ ਕੁਐਸਚਨ ਆ ਜਾਂਦਾ ਹੈ, ਇਹਨਾਂ ਦਾ ਕੀ ਯੂਜ਼ ਹੈ ਇਹ ਦੇਖਿਆ ਤੁਹਾਨੂੰ, ਹੋਮ ਐਂਡ ਪੇਜ ਅਪ ਪੇਜ ਡਾਊਨ ਕੀਜ਼, ਠੀਕ ਹੈ। ਦੇਖੋ ਇਹਨਾਂ ਦਾ ਕੀ ਯੂਜ਼ ਹੁੰਦਾ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਤੇ ਇਹ ਵਾਲੇ ਤਾਂ ਬਹੁਤ ਜ਼ਿਆਦਾ, ਹੋਮ ਤੇ ਐਂਡ। देखो होम की क्या है, दिस की इज ऑफ्टन यूज टू रिटर्न द कर्सर टू द बिगिनिंग ऑफ द लाइन और बिगिनिंग ऑफ ए डॉक्यूमेंट। ਜਦੋਂ ਤੁਸੀਂ ਕਿਸੇ ਡਾਕੂਮੈਂਟ ਦੇ ਵਿੱਚ ਟਾਈਪ ਕਰ ਰਹੇ ਹੋ ਹੈ ਨਾ, ਤੁਹਾਨੂੰ ਸਟਾਰਟਿੰਗ ਦੇ ਵਿੱਚ ਜਾਣਾ ਪੈ ਜੇ, ਸਟਾਰਟਿੰਗ ਦੇ ਵਿੱਚ ਜਾਣਾ ਪੈ ਜੇ ਡਾਕੂਮੈਂਟ ਦੇ ਜਾਂ ਲਾਈਨ ਦੇ, ਉੱਥੇ ਤੁਸੀਂ ਹੋਮ ਬਟਨ ਹੈ ਜਿਹੜਾ ਉਹ ਪ੍ਰੈਸ ਕਰੋਗੇ, ਤਾਂ ਹੋਮ ਬਟਨ ਨਾਲ ਕੀ ਹੁੰਦਾ, ਜਿਹੜਾ ਕਰਸਰ ਹੈ ਉਹ ਲਾਈਨ ਦੇ ਸਟਾਰਟਿੰਗ ਜਾਂ ਫਿਰ ਡਾਕੂਮੈਂਟ ਦੇ ਸਟਾਰਟਿੰਗ ਦੇ ਵਿੱਚ ਚਲੇ ਜਾਂਦਾ ਹੈ, ਠੀਕ ਹੈ। ਤੇ ਐਂਡ ਕੀ ਪ੍ਰੈਸ ਕਰਨ ਨਾਲ, ਐਂਡ ਕੀ ਪ੍ਰੈਸ ਕਰਨ ਨਾਲ ਕਰਸਰ ਹੈ ਜਿਹੜਾ ਉਹ ਮੂਵ ਹੋ ਜਾਂਦਾ ਹੈ, ਕਰਸਰ ਚਲੇ ਜਾਂਦਾ ਹੈ ਬਿਲਕੁਲ ਲਾਈਨ ਦੇ ਐਂਡ ਦੇ ਵਿੱਚ। ਤਾਂ ਲਾਈਨ ਦੀ ਬਿਗਿਨਿੰਗ ਦੇ ਵਿੱਚ, ਲਾਈਨ ਦੇ ਸਟਾਰਟਿੰਗ ਦੇ ਵਿੱਚ ਜਾਂਦਾ ਹੈ ਹੋਮ, ਜਾਂ ਡਾਕੂਮੈਂਟ ਦੇ ਸਟਾਰਟਿੰਗ ਦੇ ਵਿੱਚ ਹੋਮ ਕੀ ਨਾਲ ਜਾਇਆ ਜਾਂਦਾ ਹੈ, ਤੇ ਐਂਡ ਕੀ ਨਾਲ ਜਾਇਆ ਜਾਂਦਾ ਹੈ
ਲਾਈਨ ਦੇ ਐਂਡ ਦੇ ਵਿੱਚ, ਲਾਈਨ ਦੇ ਐਂਡ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਬਈ ਪੇਜ ਅਪ ਤੇ ਪੇਜ ਡਾਊਨ, ਇਹਨਾਂ ਦੇ ਉੱਤੇ ਵੀ ਕਈ ਵਾਰ ਕੁਐਸਚਨ ਆ ਜਾਂਦਾ ਹੈ। ਪੇਜ ਅਪ ਨਾਲ ਕੀ ਹੁੰਦਾ ਹੈ, ਆਪਾਂ ਜਿਹੜਾ ਕਰਸਰ ਹੈ ਉਹ ਪਿਛਲੇ ਪੇਜ ਤੇ ਚਲਾ ਜਾਂਦਾ ਹੈ, ਅਪ ਕਰਨ ਨਾਲ ਪਿਛਲੇ ਪੇਜ ਤੇ ਡਾਊਨ ਕਰਨ ਨਾਲ ਨੈਕਸਟ ਪੇਜ ਤੇ, ਠੀਕ ਹੈ। ਮੰਨ ਲਓ ਇਹ ਤੁਹਾਡੇ ਕੋਲ 3 ਪੇਜ ਹੈਗੇ ਆ, ਇਹ ਪੇਜ 1 ਹੋ ਗਿਆ, ਪੇਜ 2 ਹੈ, ਪੇਜ 3 ਹੈ। ਤੁਸੀਂ ਇਸ ਪੇਜ ਤੇ ਕੰਮ ਕਰ ਰਹੇ ਹੋ, ਇਸ ਸਲਾਈਡ ਤੇ ਕੰਮ ਕਰ ਰਹੇ ਹੋ, ਤੇ ਤੁਸੀਂ ਪੇਜ ਅਪ ਕਲਿੱਕ ਕਰੋਗੇ ਤਾਂ ਬੈਕ ਪੇਜ ਤੇ ਚਲੇ ਜਾਓਗੇ, ਪੇਜ ਡਾਊਨ ਕਲਿੱਕ ਕਰੋਗੇ ਤਾਂ ਨੈਕਸਟ ਪੇਜ ਤੇ ਚਲੇ ਜਾਓਗੇ, ਠੀਕ ਹੈ। ਤਾਂ ਇਹ ਯਾਦ ਰੱਖਣੇ ਆ ਬਈ, ਪੁੱਛੇ ਜਾਂਦੇ ਆ ਕਿ ਨੈਕਸਟ ਪੇਜ ਤੇ ਜਾਣ ਵਾਸਤੇ ਕਿਹੜੀ ਕੀ ਪ੍ਰੈਸ ਕਰਦੇ ਆ, ਬੈਕ ਪੇਜ ਤੇ ਜਾਣ ਵਾਸਤੇ ਕਿਹੜੀ ਕੀ ਪ੍ਰੈਸ ਕਰਦੇ ਆ, ਠੀਕ ਹੈ। ਉਸ ਤੋਂ ਬਾਅਦ ਬਈ ਇਹ ਬਹੁਤ ਇੰਪੋਰਟੈਂਟ ਹੈ, ਸਬ ਇੰਸਪੈਕਟਰ ਦੇ ਪੇਪਰ ਚੱਕ ਕੇ ਦੇਖਿਓ, ਇਹਦੇ ਤੇ 2-3 ਕੁਐਸਚਨ ਆਏ ਹੋਏ ਆ ਟੌਪਿਕ ਦੇ ਉੱਤੇ, ਠੀਕ ਹੈ। ਪੰਕਚੁਏਸ਼ਨ ਕੀਜ਼, ਪੰਕਚੁਏਸ਼ਨ ਕੀਜ਼ ਕਿਹੜੀ ਹੁੰਦੀਆਂ ਬਈ, ਅਜਿਹੀ ਕੀਜ਼ ਜਿਹੜੀ ਕਿ ਕਿਸੇ ਡਾਕੂਮੈਂਟ ਜਾਂ ਤੁਸੀਂ ਕੁਝ ਟਾਈਪ ਕਰ ਰਹੇ ਹੋ ਉਹਦੇ ਚ ਪੰਕਚੁਏਸ਼ਨ ਵਾਸਤੇ ਯੂਜ਼ ਹੁੰਦੀ ਹੈ। ਜਿਵੇਂ ਕੋਈ ਤੁਸੀਂ ਕੋਮਾ ਲਗਾਉਣਾ ਹੋ ਗਿਆ, ਡਾਟ ਲਗਾਣੀ ਹੋਗੀ, ਕੁਐਸਚਨ ਮਾਰਕ, ਕੋਮਾ, ਸੈਮੀਕੋਲਨ ਵਗੈਰਾ, ਇਦਾਂ ਕਰਕੇ ਬਹੁਤ ਸਾਰੇ ਹੁੰਦੇ ਆ ਨਾ, ਕੋਲੋਨ, ਸੈਮੀਕੋਲਨ, ਡੈਸ਼, ਹਾਈਫਨ, ਹੈ ਨਾ, ਬ੍ਰੈਕਟ ਵਗੈਰਾ, ਇਹ ਸਾਰੇ ਕੀ ਪੰਕਚੁਏਸ਼ਨ ਕੀਜ਼ ਹੁੰਦੀਆਂ, ਠੀਕ ਹੈ। ਦੇਖੋ ਕੀਬੋਰਡ ਦੇ ਵਿੱਚ ਕਿੱਥੇ ਕਿੱਥੇ ਹੈਗੀਆਂ ਇਹ ਦੇਖ ਸਕਦੇ ਹੋ ਤੁਸੀਂ, ਹੈ ਨਾ। ਇਹ ਵੀ ਪੰਕਚੁਏਸ਼ਨ ਕੀ ਹੈ, ਇਹ ਵੀ ਇਹ ਸਾਰੀ ਪੰਕਚੁਏਸ਼ਨ ਕੀਜ਼ ਹੈਗੀਆਂ ਬਈ, ਯਾਦ ਰੱਖਣਾ ਹੈ, ਠੀਕ ਹੈ। ਤੇ ਕਈ ਵਾਰ ਆ ਜਾਂਦਾ ਹੈ ਕੁਐਸਚਨ, ਕਈ ਵਾਰ ਕੀ ਪਿਛਲੇ ਪੇਪਰਾਂ ਦੇ ਵਿੱਚ ਕੁਐਸਚਨ ਆਏ ਹੋਏ ਆ, ਮੈਂ ਐਡ ਕਰੇ ਆ, ਮੈਂ ਤੁਹਾਨੂੰ ਦਿਖਾਊਂਗਾ ਕਿ ਕਿਸ ਤਰ੍ਹਾਂ ਦਾ ਕੁਐਸਚਨ ਆਇਆ ਹੋਇਆ ਸੀਗਾ ਸਬ ਇੰਸਪੈਕਟਰ ਦੇ ਐਗਜ਼ਾਮ ਦੇ ਵਿੱਚ, ਠੀਕ ਹੈ। ਤਾਂ ਇਹ ਤੁਸੀਂ ਦੇਖ ਲਓ, ਇਹ ਜਿਹੜੀ ਕੀ ਦੇ ਉੱਤੇ ਇਹ ਨਿਸ਼ਾਨ ਬਣੇ ਹੁੰਦੇ ਆ ਨਾ, ਇਹ ਸਾਰੀ ਪੰਕਚੁਏਸ਼ਨ ਕੀਜ਼ ਹੁੰਦੀ ਆ। ਕੁਐਸਚਨ ਮਾਰਕ ਹੋ ਗਿਆ, ਹਾਈਫਨ ਹੋ ਗਿਆ, ਸੈਮੀਕੋਲਨ ਹੋ ਗਿਆ, ब्रैकेट हो गए जी, ठीक है। देख लो क्वेश्चन मार्क, कोलोन, ये सारे में लिखे हुए हैं, जिद्दां जिद्दां लिखिया होया उदां उदां ही बनाया होया। मान लो ये पहला लिखा होया मैं पीरियड, तो ये डॉट होगी, ये पीरियड हो गया, क्वेश्चन मार्क, ये क्वेश्चन मार्क हो गया, ये एक्सक्लेमेशन पॉइंट हो गया, ये हो गया भाई कोमा हो गया, ये कोलोन हो गया, ये सेमी कोलोन हो गया, ये डैश हो गया, ये हाइफन हो गया, ये ब्रैकेट्स होगी, ये ब्रेसिस होगी, ऐदा करके जेडे लिखे हुए उही मैं थल्ले बनाए हुए हैं। तो टेंशन फ्री रहो, ये याद कर लेने आ। क्वेश्चन किद्दां आया सी मैं तुहानूं दिखाऊंगा इसे वीडियो दे विच। उस तो इलावा ये भी याद कर लो, ज़्यादा डिटेल दे विच तां नहीं, बट इहदी फुल फॉर्म जरूर पुछदे आ, एक कीबोर्ड दे नाल रिलेटेड है। देखो ये तो बाहर इंग्लिश दे विच लिखिया होया, बट तुहानूं पता है कंप्यूटर इंग्लिश थोड़ी समझदा है, कंप्यूटर दा बाइनरी लैंग्वेज समझदा है, कोडिंग भाषा जिहड़ी वो समझदा है ना, तो वो सारा कुछ है ASCII है ना, अमेरिकन स्टैंडर्ड कोड फॉर इंफॉर्मेशन इंटरचेंज, है ना। तो ये अमेरिका ने बनाया होया बई, जिन्ने भी इलैक्ट्रॉनिक इक्विपमेंट है जिन्हां च टाइपिंग वगैरह होंदी है उन्हां वास्ते एक कोड है, ठीक है। बस इन्ना क याद रखना है, और कुछ नहीं। यदि फुल फॉर्म पूछी जाती है और कुछ नहीं पूछी जाता, बस ठीक है, याद रखना है, और कुछ भी नहीं। अपन इन्हूं फालतू पढ़न की भी लोड़ नहीं, कदे तुसीं पढ़न बैठ जाओ इन्हूं नैट तो, ठीक है, कोई लोड़ नहीं, सिर्फ अपन ने फुल फॉर्म याद रखनी है, फुल फॉर्म आती है। ओके, नैक्सट आ जाओ। हाँ जी, कीबोर्ड के उत्ते इन्ने क्वेश्चन बहुत है, होर भी हैगे हैं, बट मैं वो थोनों MCQs दे विच कवर कर दूँ या एक्सट्रा कवर कर दूँ जो आप शॉर्टकट वगैरह करेंगे, क्योंकि नहीं फिर पूरी वीडियो के विच कीबोर्ड ही हो जाएगा, तो तुसीं भी बहुत ज़्यादा बोर फील करोगे, मैनूं पता है, ठीक है। नैक्सट है जी माउस, ठीक है। माउस की खोज किने करी है, 2-3 बार क्वेश्चन आ चुके हैं पंजाब के विच, डोगलस एंगलबर्ट या डोगलस कला याद रखो, डोगलस, ठीक है। तुहानूं पता डोग है जिहड़ा चूहे के पिछे भजदा है ना, जो चूहा दिखता है डोग, बस इदा करके याद रख लेना, ठीक है। पॉइंटिंग डिवाइस है, मैं तुहानूं दस्सिया पॉइंटिंग डिवाइस किद्दां हुंदी है, ठीक है। पॉइंट टू पॉइंट मोनीटर स्क्रीन के उत्ते पॉइंट टू पॉइंट ये काम करता है, बस मतलब जो करसर है इहदा, है ना, वो पॉइंट टू पॉइंट टच करने वास्ते या किसी चीज़ नूं किसी चीज़ उत्ते क्लिक करने वास्ते या डबल क्लिक करने वास्ते इहदा यूज हुंदा है ना, इदा करके करसर बने हुंदा है। तो माउस भी 2-3 तरह के हुंदे हैं। मकैनिकल माउस ये सब तो पहला आंदे सीगे बई, इदां दे मकैनिकल माउस सीगे पुराने टाइम दे विच, तुसीं स्कूल दी लैब वगैरह दे विच देखे होणे, कंप्यूटर के थल्ले गोली हुंदी सी जिहड़ी तुसीं कढ के लिआउंदे सी, ठीक है ना, वो मकैनिकल माउस हुंदे सी, वो गोली चलदी सी, वो जिद्दां जिद्दां गोली घुमदी सी उस तरह ही वो जिहड़ा करसर है ना, पॉइंटर जिहड़ा वो घुमदा सीगा बई, ठीक है। उस तो बाद हौली हौली एक गोली वाला सिस्टम खत्म हो गया, लेजर वाले आ गए बई, जिन्हों आपां ऑप्टिकल माउस बोलते हैं। ये तुसीं देख सकते हो अजकल कॉमनली यूज होंदे आ, ठीक है। इन्हां दे थल्ले गोली नहीं हुंदी, लेंस हुंदा है, ये देखो थल्ले, ठीक है। तो इस तो भी एडवांस हुण अजकल ये भी आ गए, बहुत से स्टूडेंटां कोल ये होणे वायरलैस माउस, ठीक है। हुण तार है जिहड़ी खत्म हो गई, मतलब पूंछ है जिहड़ी चूहे दी वो गई, ठीक है, पूंछ खा ली बई, है ना। ये देखो ये हैगे वायरलैस माउस, ठीक है, ये हैगे वायरलैस माउस, ये कंप्यूटर दे विच लग जाती है तो सिग्नल के तौर पर यह मतलब काम करती है ना, बस इदा है। तो माउस हो गया। नैक्सट
ਹਾਂਜੀ, ਇੱਕ ਇਨਪੁਟ ਡਿਵਾਈਸ ਇਹ ਹੈਗੀ ਹੈ ਟਰੈਕ ਬਾਲ। ਇਹ ਵੀ ਮਾਊਸ ਦੀ ਤਰ੍ਹਾਂ ਹੀ ਯੂਜ਼ ਹੁੰਦੀ ਹੈ, ਬਸ ਇਹਦੇ 'ਚ ਜਿਹੜੀ ਗੋਲੀ ਹੈ ਉਹ ਉੱਪਰ ਹੋਗੀ, ਠੀਕ ਹੈ। ਇਹਨੂੰ ਆਪਾਂ ਜਿੱਦਾਂ ਜਿੱਦਾਂ ਮੂਵ ਕਰਾਂਗੇ ਉਦਾਂ ਉਦਾਂ ਜਿਹੜਾ ਆਪਣਾ ਕਰਸਰ ਹੈ ਜਾਂ ਆਪਣਾ ਪੁਆਇੰਟਰ ਹੈ ਉਹ ਮੂਵ ਹੋਊਗਾ, ਬਸ ਠੀਕ ਹੈ। ਬਹੁਤ ਸਾਰੇ ਸੌਫਟਵੇਅਰ ਦੇ ਵਿੱਚ ਯੂਜ਼ ਹੁੰਦੀ ਹੈ, ਤੇ ਬਸ ਇਹਨਾਂ ਕੀ ਯਾਦ ਰੱਖਣਾ ਇਹਦੇ ਬਾਰੇ, ਹੋਰ ਕੁਝ ਨਹੀਂ। ਮਾਊਸ ਦੇ ਅਲਟਰਨੇਟਿਵ ਦੇ ਤੌਰ ਤੇ ਇਹ ਯੂਜ਼ ਹੁੰਦੀ ਹੈ। ਜੋਇਸਟਿਕ ਇਹ ਵੀ ਇਨਪੁਟ ਡਿਵਾਈਸ ਹੈ ਬਈ, ਗੇਮਾਂ ਗੂਮਾਂ ਜਿਹੜੇ ਖੇਡਦੇ ਆ ਬੱਚੇ ਨਿਆਣੇ ਉਹਨਾਂ ਨੂੰ ਪਤਾ ਹੋਣਾ। ਇਹ ਦੇਖੋ ਇੱਥੇ ਹੁੰਦੀ ਹੈ ਜੋਇਸਟਿਕ ਇਹ ਲੱਗੀ ਹੋਈ, ਜਾਂ ਫਿਰ ਇੱਕ ਪ੍ਰੋਪਰ ਹੀ ਜੋਇਸਟਿਕ ਆਉਂਦੀ ਹੈ ਉਹ ਜਿਹੜੇ ਕਾਰਾਕੂਰਾ ਦੀ ਰੇਸਾਂ ਦੇ ਵਿੱਚ ਹਨਾ ਉਹ ਵਾਲੀ ਗੇਮਾਂ ਹੁੰਦੀਆਂ ਨਾ ਉਹਦੇ 'ਚ ਚੱਲਦੀ ਹੈ, ਠੀਕ ਹੈ। ਤਾਂ ਇਹ ਜੋਇਸਟਿਕ ਹੋ ਗਈ ਬਈ। ਓਕੇ, ਨੈਕਸਟ ਆ ਜਾਓ। ਬਸ ਇਹਨਾਂ ਬਾਰੇ ਜ਼ਿਆਦਾ ਡਿਟੇਲ 'ਚ ਜਾਣ ਦੀ ਲੋੜ ਨਹੀਂ, ਇੰਨਾ ਯਾਦ ਰੱਖੋ ਜੋਇਸਟਿਕ ਇਨਪੁਟ ਡਿਵਾਈਸ ਹੈ, ਬਸ ਇੰਨਾ ਪਤਾ ਹੋਣਾ ਚਾਹੀਦਾ ਹੈ, ਠੀਕ ਹੈ। ਜਾਂ ਫਿਰ ਇਦਾਂ ਆ ਜਾਂਦਾ ਕਿ ਵੀਡੀਓ ਗੇਮਸ ਦੇ ਵਿੱਚ ਹਨਾ ਕਿਹੜੀ ਇਨਪੁਟ ਡਿਵਾਈਸ ਯੂਜ਼ ਹੁੰਦੀ ਹੈ, ਜੋਇਸਟਿਕ। ਓਕੇ, ਇੰਨਾ ਕੁ ਯਾਦ ਰੱਖਣ ਦੀ ਲੋੜ ਹੈ। ਨੈਕਸਟ ਸਕੈਨਰ, ਇਹ ਜ਼ਰੂਰ ਯਾਦ ਰੱਖਣਾ ਹੈ। ਇਹ ਤੁਸੀਂ ਦੇਖੋ ਸਕੈਨਰ ਹੈ, ਇਹ ਕੀ ਕਰਦਾ ਹੈ, ਆਪਣੇ ਕੋਲ ਕੋਈ ਡਾਕੂਮੈਂਟ ਹੈ ਜਿਹਦੀ ਹਾਰਡ ਕਾਪੀ ਆਪਾਂ ਲੈ ਰਹੇ ਹਾਂ, ਠੀਕ ਹੈ, ਕੋਈ ਫੋਟੋ ਵਗੈਰਾ ਹੈਗੀ ਆ, ਆਪਾਂ ਨੂੰ ਚਾਹੀਦਾ ਕਿ ਯਾਰ ਉਹ ਸੌਫਟ ਕਾਪੀ ਹੋ ਜਾਏ ਸਾਡੀ ਪੈਨ ਡਰਾਈਵ ਦੇ ਵਿੱਚ ਪੜ ਜਾਏ ਹਨਾ, ਤਾਂ ਆਪਾਂ ਕੀ ਕਰਦੇ ਆ ਉਹਨੂੰ ਇਹਦੇ ਤੇ ਰੱਖਦੇ ਆ, ਇਹਨੂੰ ਬੰਦ ਕਰਦੇ ਆ, ਸਕੈਨ ਦਾ ਬਟਨ ਦਬਾਉਂਦੇ, ਇਹ ਸਕੈਨ ਕਰਦਾ, ਉਸਨੂੰ ਪੂਰੇ ਨੂੰ ਸਕੈਨ ਕਰਕੇ ਸਾਡੇ ਕੰਪਿਊਟਰ ਦੇ ਵਿੱਚ ਉਹਦੀ ਸੌਫਟ ਕਾਪੀ ਦੇ ਦਿੰਦਾ ਸਾਨੂੰ, ਠੀਕ ਹੈ। ਬਾਅਦ ਦੇ ਵਿੱਚ ਆਪਾਂ ਉਹਨੂੰ ਐਡਿਟ ਵਗੈਰਾ ਕਰ ਸਕਦੇ ਆ ਹਨਾ। ਤੇ ਤੁਹਾਨੂੰ ਪਤਾ ਹੀ ਹੈ ਯਾਰ ਤੁਸੀਂ ਫਾਰਮ ਵਗੈਰਾ ਫਿਲ ਕਰਦੇ ਹੋ ਉਹਦੇ 'ਚ ਸਕੈਨ ਡਾਕੂਮੈਂਟ ਹੀ ਤਾਂ ਭੇਜਦੇ ਆ। ਉਦੋਂ ਸਕੈਨਰ ਦਾ ਕੰਮ ਕੀ ਹੈ, ਸਕੈਨਰ ਦਾ ਕੰਮ ਹੈ ਤੁਹਾਡੀ ਹਾਰਡ ਕਾਪੀ ਨੂੰ, ਬਸ ਇਹ ਯਾਦ ਰੱਖ ਲੈਣਾ ਹੈ, ਹਾਰਡ ਕਾਪੀ ਨੂੰ ਸੌਫਟ ਕਾਪੀ ਇਹਨੇ ਬਣਾਤਾ, ਬਸ ਹੋਰ ਕੁਝ ਨਹੀਂ ਯਾਦ ਰੱਖਣਾ। ਇੰਨਾ ਤਾਂ ਤੁਹਾਨੂੰ ਪਤਾ ਹੀ ਹੈ, ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਯਾਰ, ਠੀਕ ਹੈ, ਸਾਰਾ ਕੁਝ ਪਤਾ ਹੈ ਬੱਚਿਆਂ ਨੂੰ। ਕਨਵਰਟ ਕਰਦਾ ਹੈ ਹਾਰਡ ਕਾਪੀ ਨੂੰ ਸੌਫਟ ਕਾਪੀ ਦੇ ਵਿੱਚ। ਪ੍ਰਿੰਟਰ ਤੋਂ ਬਿਲਕੁਲ ਉਲਟਾ ਹੁੰਦਾ ਹੈ। ਪ੍ਰਿੰਟਰ ਕੀ ਕਰਦਾ ਹੈ, ਪ੍ਰਿੰਟਰ ਕੰਪਿਊਟਰ ਦੇ ਵਿੱਚ ਜਿਹੜੀ ਸੌਫਟ ਕਾਪੀ ਪਈ ਹੁੰਦੀ ਹੈ ਉਹਨੂੰ ਪ੍ਰਿੰਟ ਕੱਢ ਦਿੰਦਾ ਕਾਗਜ਼ ਦੇ ਉੱਤੇ, ਤੁਹਾਡੇ ਹੱਥ 'ਚ ਆ ਜਾਂਦੀ ਹੈ, ਉਹ ਹਾਰਡ ਕਾਪੀ ਹੋ ਜਾਂਦੀ ਹੈ। ਪ੍ਰਿੰਟਰ ਤੇ ਸਕੈਨਰ ਇੱਕ ਦੂਜੇ ਤੋਂ ਉਲਟੇ ਹੁੰਦੇ ਆ, ਬਸ। ਮਾਈਕ੍ਰੋਫੋਨ, ਮਾਈਕ ਹੋ ਗਿਆ ਬਈ, ਇਨਪੁਟ ਡਿਵਾਈਸ ਦੇ ਤੌਰ ਤੇ ਹੀ ਕੰਮ ਕਰਦਾ ਹੈ, ਤੁਸੀਂ ਬੋਲ ਕੇ ਕੁਝ ਵੀ ਕਹਿ ਸਕਦੇ ਹੋ। ਵੈਬ ਕੈਮਰਾ, ਇਹ ਵੀ ਇਨਪੁਟ ਡਿਵਾਈਸ ਦੇ ਤੌਰ ਤੇ ਕੰਮ ਕਰਦਾ ਹੈ ਹਨਾ, ਤੁਹਾਡੀ ਫੋਟੋ ਵਗੈਰਾ ਇਨਪੁਟ ਹੋ ਰਹੀ ਹੈ ਨਾ ਉਹਦੇ 'ਚ, ਬਸ। ਉਸ ਤੋਂ ਇਲਾਵਾ ਬਈ ਬਾਰਕੋਡ ਰੀਡਰ, ਇਹ ਵੀ ਬਹੁਤ ਇੰਪੋਰਟੈਂਟ ਹੈ, ਇਹਨੂੰ ਪੁਆਇੰਟ ਆਫ ਸੇਲ POS ਸਕੈਨਰ ਵੀ ਕਹਿ ਦਿੰਦੇ ਆ। ਬਾਰਕੋਡ ਰੀਡਰ ਦੇਖੋ, ਇਹ ਜਿਹੜੀ ਲਾਈਨਾਂ ਵਗੈਰਾ ਹੈਗੀਆਂ ਇਹਨੂੰ ਆਪਾਂ ਬਾਰਕੋਡ ਬੋਲਦੇ ਆ, ਤੇ ਇਹਨਾਂ ਲਾਈਨਾਂ ਇਹਨਾਂ ਬਾਰਕੋਡ ਨੂੰ ਸਕੈਨ ਕਰਕੇ ਇਹਨੂੰ ਰੀਡ ਕਰਨ ਵਾਲੀ ਡਿਵਾਈਸ ਨੂੰ ਆਪਾਂ ਬਾਰਕੋਡ ਸਕੈਨਰ ਬੋਲਦੇ ਆ, ਠੀਕ ਹੈ। ਮੋਲ ਵਗੈਰਾ ਦੇ ਵਿੱਚ ਜਾਂਦੇ ਆ ਜਾਂ ਕਿਤੇ ਵੀ ਕੋਈ ਸ਼ਾਪਿੰਗ ਵਗੈਰਾ ਕਰਦੇ ਆ, ਜਦੋਂ ਬਿੱਲ ਕੱਟਣ ਦੀ ਵਾਰੀ ਆਉਂਦੀ ਹੈ ਉਹਦੇ ਉੱਤੇ ਐਦਾਂ ਦੇ ਪ੍ਰਾਈਸ ਟੈਗ ਦੇ ਉੱਤੇ ਐਦਾਂ ਦਾ ਬਣਿਆ ਹੁੰਦਾ, ਠੀਕ ਹੈ। ਉਹਨੂੰ ਆਪਣੀ ਇਸ ਮਸ਼ੀਨ ਦੇ ਨਾਲ ਸਕੈਨ ਕਰਦੇ ਆ, ਉੱਥੇ ਰੇਟ ਵਗੈਰਾ ਸਾਰਾ ਆ ਜਾਂਦਾ ਹੈ, ਠੀਕ ਹੈ। ਪਤਾ ਹੈ ਨਾ, ਇੱਥੇ ਇਨਫੋਰਮੇਸ਼ਨ ਉਹਦੀ ਛੁਪੀ ਹੁੰਦੀ ਹੈ ਜਾਂ ਲੁਕੀ ਹੁੰਦੀ ਹੈ ਤੁਸੀਂ ਕਹਿ ਸਕਦੇ ਹੋ। ਤਾਂ ਇਹ ਬਾਰਕੋਡ ਰੀਡਰ ਹੈ, ਇੱਕ ਇਨਪੁਟ ਹੋ ਗਈ ਨਾ ਇਹ ਡਿਵਾਈਸ, ਇਹਨੇ ਕੀ ਕਰਿਆ, ਇਹਨੇ ਡਾਟਾ ਇਨ ਕਰ ਲਿਆ ਇੱਥੋਂ, ਤੇ ਇੱਥੋਂ ਮੇਰੇ ਕੰਪਿਊਟਰ ਦੇ ਵਿੱਚ ਚਲੇ ਗਿਆ, ਤਾਂ ਇਹ ਇਨਪੁਟ ਡਿਵਾਈਸ ਹੋ ਗਈ, ਠੀਕ ਹੈ। QR ਕੋਡ ਸਕੈਨਰ ਵੀ ਤੁਸੀਂ ਬੋਲ ਸਕਦੇ ਹੋ ਅੱਜ ਦੀ ਡੇਟ ਦੇ ਵਿੱਚ, ਅੱਜ ਕੱਲ QR ਸਕੈਨਰ ਵੀ ਤਾਂ ਹੈਗੇ ਆ। ਉਸ ਤੋਂ ਬਾਅਦ ਬਈ ਹੈਗੀ ਆ OCR, ਓਪਟੀਕਲ ਕਰੈਕਟਰ ਰੀਡਰ ਬੋਲ ਦੋ, ਭਾਵੇਂ ਰਿਕੋਗਨੀਸ਼ਨ ਬੋਲ ਦੋ। ਓਪਟੀਕਲ ਕਰੈਕਟਰ ਦਾ ਮਤਲਬ ਹੈ ਚਿੰਨ ਜਿਹੜੇ ਹੁੰਦੇ ਆ ਹਨਾ। ਤਾਂ ਇਹ ਕੀ ਕਰਦੀ ਹੈ ਬਈ, ਆ ਦੇਖੋ, ਆ ਜਿਹੜੀ ਡਿਵਾਈਸ ਹੈਗੀ ਆ ਇਹ ਹੈਗੀ ਆ OCR, ਕੱਲੀ ਕੱਲੀ ਲਾਈਨ ਨੂੰ ਸਕੈਨ ਕਰਦੀ ਹੈ। ਮਤਲਬ ਇੱਕ ਇਦਾਂ ਦੀ ਡਿਵਾਈਸ ਹੋਊਗੀ ਜਿਹੜੀ ਜਿੱਥੇ ਕੁਝ ਲਿਖਿਆ ਹੋਇਆ ਨਾ ਹਨਾ, ਇਹ ਹਾਰਡ ਕਾਪੀ ਹੋਗੀ, ਹਾਰਡ ਕਾਪੀ ਤੇ ਕੁਝ ਲਿਖਿਆ ਹੋਇਆ, ਇਹਦੇ ਉੱਪਰ ਇਹਨੂੰ ਆਪਾਂ ਚਲਾਵਾਂਗੇ ਤੇ ਕੱਲੇ ਕੱਲੇ ਕਰੈਕਟਰ ਨੂੰ ਇਹ ਰੀਡ ਕਰ ਲੂਗੀ, ਕੱਲੇ ਕੱਲੇ ਕਰੈਕਟਰ ਨੂੰ। ਮੰਨ ਲਓ ਇੱਥੇ ਲਿਖਿਆ ਹੋਇਆ ANKIT, ਤਾਂ ਇਹਨੇ ਰੀਡ ਕਰ ਲੈਣਾ ਕਿ ਇਹ A ਹੈ, ਇਹ N ਹੈ, ਇਹ K ਹੈ, ਇਹ I ਹੈ, ਇਹ T ਹੈ ਹਨਾ, ਤੇ ਉਹੀ ਅੱਗੇ ਕੰਪਿਊਟਰ ਦੇ ਵਿੱਚ ਟਾਈਪ ਹੋ ਜਾਊਗਾ, ਠੀਕ ਹੈ। ਅੱਜ ਕੱਲ ਤਾਂ ਬਹੁਤ ਸਾਰੀ ਡਿਕਸ਼ਨਰੀਆਂ ਇਹੋ ਜਿਹੀ ਆ ਰਹੀਆਂ ਆਪਣੇ ਮੋਬਾਈਲਾਂ ਦੇ ਵਿੱਚ, ਜਿਹੜਾ ਮਤਲਬ ਤੁਹਾਨੂੰ ਲਿਖਣ ਦੀ ਵੀ ਟਾਈਪ ਵੀ ਕਰਨ ਦੀ ਲੋੜ ਨਹੀਂ, ਕਿੱਥੇ ਮਤਲਬ ਤੁਸੀਂ ਪੇਜ ਵਗੈਰਾ ਦੇ ਉੱਤੇ ਉਹਨੂੰ ਰੱਖੋ, ਉਹਨੂੰ ਕਨਵਰਟ ਕਰ ਦਿੰਦੀ ਹੈ। ਤਾਂ ਉਹ ਕੀ ਕਰਦੇ, ਉਹ ਰੀਡ ਹੀ ਤਾਂ ਕਰਦੇ ਆ ਹਨਾ। ਤਾਂ ਇਹ ਇੱਕ ਤਰ੍ਹਾਂ ਦਾ ਕੀ ਹੋ ਗਿਆ, OCR ਹੋ ਗਿਆ ਬਈ, ਸਮਝਿਓ। ਤਾਂ ਇਨਪੁਟ ਹੋ ਗਿਆ ਇਹ। ਉਸ ਤੋਂ ਬਾਅਦ ਬਈ MICR, ਮੈਗਨੈਟਿਕ ਇੰਕ ਕਰੈਕਟਰ ਰੀਡਰ, ਮੈਗਨੈਟਿਕ ਇੰਕ ਕਰੈਕਟਰ ਰੀਡਰ। ਤਾਂ ਜਿਹੜੇ ਕਰੈਕਟਰ, ਜਿਹੜੇ ਚਿੰਨ ਮੈਗਨੈਟਿਕ ਇੰਕ ਦੇ ਹੁੰਦੇ ਆ ਬਣੇ ਹੋਏ, ਉਹਨਾਂ ਨੂੰ ਰੀਡ ਕਰਦੀ ਹੈ ਇਹ ਮਸ਼ੀਨ, ਉਹਨਾਂ ਨੂੰ ਕੀ ਕਰਦੀ ਹੈ, ਰੀਡ ਕਰਦੀ ਹੈ। ਇਹ ਕਰੈਕਟਰ ਕਿੱਥੇ ਹੁੰਦੇ ਆ, ਦੇਖੋ ਇਹ ਚੈੱਕ ਵਗੈਰਾ ਦੇ ਉੱਤੇ ਥੱਲੇ ਦੇਖਿਓ ਤੁਸੀਂ ਚੈੱਕ ਦੇ, ਇਹ ਜਿਹੜੇ ਕਰੈਕਟਰ ਬਣੇ ਹੁੰਦੇ ਆ ਇੱਕ ਸਪੈਸ਼ਲ ਇੰਕ ਦੇ ਹੁੰਦੇ ਆ, ਇਹ ਨੋਰਮਲ ਇੰਕ ਨਹੀਂ ਇਹ ਹੁੰਦੀ, ਇਹ ਹੁੰਦੀ ਹੈ ਮੈਗਨੈਟਿਕ ਇੰਕ, ਠੀਕ ਹੈ। ਹੁਣ ਜੇ ਇਹਨੂੰ ਆਪਾਂ ਮੈਨੂਅਲੀ ਲਿਖਣ ਬੈਠ ਗਏ ਤਾਂ ਬਹੁਤ ਟਾਈਮ ਲੱਗ ਜਾਊਗਾ ਤੇ ਗਲਤੀ ਵੀ ਹੋ ਸਕਦੀ ਹੈ। ਤਾਂ ਇਹਨੂੰ ਰੀਡ ਕਰਨ ਵਾਸਤੇ ਇੱਕ ਸਪੈਸ਼ਲ ਮਸ਼ੀਨ ਹੁੰਦੀ ਹੈ ਇਹ ਵਾਲੀ, ਇੱਥੇ ਆਪਾਂ ਚੈੱਕ ਰੱਖਦੇ ਆ, ਇਹਨੇ ਇਸ ਮੈਗਨੈਟਿਕ ਇੰਕ ਦੇ ਜਿਹੜੇ ਮੈਗਨੈਟਿਕ ਇੰਕ ਦੇ ਜਿਹੜੇ ਕਰੈਕਟਰ ਹੁੰਦੇ ਆ ਉਹਨੂੰ ਰੀਡ ਕਰ ਲੈਂਦੀ ਆ ਉਹ ਮਸ਼ੀਨ, ਠੀਕ ਹੈ। ਮੈਗਨੈਟਿਕ ਇੰਕ ਕਰੈਕਟਰ ਰੀਡਰ ਤੇ ਕਿਤੇ ਕਿਤੇ ਤੁਹਾਨੂੰ ਲਿਖਿਆ ਮਿਲੂਗਾ ਰਿਕੋਗਨੀਸ਼ਨ, ਤਾਂ ਸੇਮ ਹੈ ਜਿਵੇਂ ਇੱਧਰ ਆਪਾਂ ਨੇ ਦੇਖਿਆ ਸੀਗਾ
ਆਪਟੀਕਲ ਕਰੈਕਟਰ ਰਿਕੋਗਨੀਸ਼ਨ, ਤਾਂ ਇਹਨੂੰ ਆਪਾਂ ਰੀਡਰ ਵੀ ਬੋਲ ਸਕਦੇ ਹਾਂ, OCR ਆਪਟੀਕਲ ਕਰੈਕਟਰ ਰੀਡਰ ਬੋਲ ਦੋ, ਸੇਮ ਇੱਧਰ ਹੈ ਬਾਈ, ਠੀਕ ਹੈ। ਇਹਨੂੰ ਵੀ ਤੁਸੀਂ ਰਿਕੋਗਨੀਸ਼ਨ ਬੋਲ ਸਕਦੇ ਹੋ ਤੇ ਰੀਡਰ ਬੋਲ ਸਕਦੇ ਹੋ, ਸੇਮ ਚੀਜ਼ ਹੈ, ਠੀਕ ਹੈ। ਆਰ ਦਾ ਕੋਈ ਇਸ਼ੂ ਨਹੀਂ ਹੈਗਾ ਉਹਦਾ, ਆਪਸ਼ਨ ਦੇ ਵਿੱਚ ਦੋਨੋਂ ਨਹੀਂ ਮਿਲਣਗੇ, ਯਾਦ ਰੱਖਣਾ ਹੈ। ਤੇ ਇਹ ਮੈਗਨੈਟਿਕ ਇੰਕ ਕਰੈਕਟਰ ਰੀਡਰ ਇਹ ਮਸ਼ੀਨ ਹੈਗੀ ਹੈ ਚੈੱਕ ਰੀਡ ਕਰਨ ਵਾਸਤੇ ਕੰਮ ਆਉਂਦੀ ਹੈ। ਇੱਕ ਤਾਂ ਚੈੱਕ ਦੇ ਉੱਤੇ ਮਿਲਦੀ ਹੈ ਤੁਹਾਨੂੰ MICR, ਮਤਲਬ ਇਹ ਜਿਹੜੀ ਮੈਗਨੈਟਿਕ ਇੰਕ ਹੈ। ਇਸ ਤੋਂ ਇਲਾਵਾ ਜਿਹੜੇ ਤੁਹਾਡੇ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਹੁੰਦੇ ਆ ਕਿਸੇ ਵੀ ਕੰਪਨੀ ਦੇ, ਉਹਦੇ ਉੱਤੇ ਦੇਖਿਓ ਇਦਾਂ ਦੀ ਬੈਕ ਸਾਈਡ ਇੱਕ ਬਲੈਕ ਪੱਟੀ ਬਣੀ ਹੁੰਦੀ ਸੀ ਪਹਿਲਾਂ, ਹਨਾ, ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਹੁੰਦੀ ਸੀ, ਠੀਕ ਹੈ। ਇਦਾਂ ਦੀ ਬਲੈਕ ਪੱਟੀ ਹੈ ਬੈਕ ਸਾਈਡ ਬਣੀ ਹੁੰਦੀ ਹੈ, ਧਿਆਨ ਨਾਲ ਦੇਖਿਓ, ਕੱਢ ਕੇ ਆਪਣਾ ਡੈਬਿਟ ਕਾਰਡ ਕ੍ਰੈਡਿਟ ਕਾਰਡ ਜੋ ਵੀ ਹੈ ਉਹਦੇ ਤੇ, ਤਾਂ ਉਹ ਵੀ ਇੱਕ ਤਰ੍ਹਾਂ ਦੀ ਮੈਗਨੈਟਿਕ ਇੰਕ ਦੀ ਹੁੰਦੀ ਹੈ, ਉਹਨੂੰ ਵੀ ਇਹ ਮਸ਼ੀਨ ਰੀਡ ਕਰ ਲੈਂਦੀ ਹੈ। ਤਾਂ ਇਹ ਮਸ਼ੀਨ ਹੋਗੀ MICR, ਠੀਕ ਹੈ। ਫੁੱਲ ਫਾਰਮ ਤਾਂ ਸਾਰਿਆਂ ਦੀ ਯਾਦ ਰੱਖਣੀ ਹੈ, ਡਾਇਰੈਕਟ ਫੁੱਲ ਫਾਰਮ ਦੇ ਉੱਤੇ ਕੁਐਸਚਨ ਆਉਂਦਾ ਹੈ ਬਾਈ। ਸੇਮ ਦੇਖੋ ਬਈ, ਆਪਟੀਕਲ ਮਾਰਕ ਰੀਡਰ ਮਸ਼ੀਨ, ਆਪਟੀਕਲ ਮਾਰਕ ਰੀਡਰ ਮਸ਼ੀਨ, ਜਾਂ ਇਹਨੂੰ ਆਪਾਂ ਮਾਰਕ ਸੈਂਸ ਰੀਡਰ ਵੀ ਕਹਿੰਦੇ ਆ, ਮਾਰਕ ਸੈਂਸ ਰੀਡਰ ਵੀ ਇਹਨੂੰ ਆਪਾਂ ਕਹਿੰਦੇ ਆ। ਤੇ ਤੁਸੀਂ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਤੁਹਾਨੂੰ ਤਾਂ ਇਹਦੇ ਬਾਰੇ ਬਹੁਤ ਚੰਗੀ ਤਰ੍ਹਾਂ ਪਤਾ ਹੈ। ਕਿਉਂ? ਕਿਉਂਕਿ ਜਿਹੜੀ ਸੀਟ ਤੁਹਾਨੂੰ ਮਿਲਦੀ ਹੈ ਆਨਸਰ ਮਾਰਕ ਕਰਨ ਵਾਸਤੇ ਇਦਾਂ ਦੀ ਹੁੰਦੀ ਹੈ ਨਾ, ਉਹਨੂੰ ਆਪਾਂ ਕੀ ਬੋਲਦੇ ਆ, OMR ਸ਼ੀਟ ਬੋਲਦੇ ਆ। ਤਾਂ ਜਦੋਂ ਤੁਸੀਂ OMR ਸ਼ੀਟ ਦੇ ਵਿੱਚ ਆਪਣੇ ਕੁਐਸਚਨ ਫਿਲ ਕਰ ਦਿੰਦੇ ਹੋ, ਮੰਨ ਲਓ ਇਹ ਦੇਖੋ ਪਹਿਲਾ ਕੁਐਸਚਨ ਹੈ, ਪਹਿਲੇ ਕੁਐਸਚਨ ਦਾ ਆਨਸਰ ਬੰਦੇ ਨੇ ਲਾਇਆ ਹੋਇਆ B, ਦੂਜੇ ਦਾ ਲਾਇਆ ਹੋਇਆ A, ਤੀਜੇ ਦਾ ਲਾਇਆ ਹੋਇਆ D, ਇਸੇ ਸ਼ੀਟ ਨੂੰ ਇਦਾਂ ਦੀ ਮਸ਼ੀਨ ਦੇ ਵਿੱਚ ਰੱਖਿਆ ਜਾਂਦਾ ਹੈ ਇੱਕ ਸਾਈਡ ਨੂੰ, ਤੇ ਜਦੋਂ ਇਹ ਇਹਦੇ ਵਿੱਚ ਜਾਂਦੀ ਹੈ ਸੈਂਸਰ ਜਿਹੜੇ ਹੁੰਦੇ ਆ ਉਹ ਚੱਕ ਲੈਂਦੇ ਆ ਕਿ ਪਹਿਲਾਂ ਇਹਨੇ ਡੋਟ ਕਿੱਥੇ ਲਾਇਆ ਹੋਇਆ, ਦੂਜਾ ਡੋਟ ਕਿੱਥੇ ਲਾਇਆ ਹੋਇਆ, ਤੇ ਉਹੀ ਇਨਪੁਟ ਹੈ ਜਿਹੜੀ ਫਿਰ ਇਹ ਕੰਪਿਊਟਰ ਨੂੰ ਪਹੁੰਚਾ ਦਿੰਦੇ ਆ। ਕੰਪਿਊਟਰ ਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹਨੇ ਕਿੰਨੇ A ਟਿਕ ਕਰੇ ਆ, ਕਿੰਨੇ B ਕਰੇ ਆ, ਜਾਂ ਪਹਿਲੇ ਕੁਐਸਚਨ ਦਾ ਇਹਨੇ ਕੀ ਲਗਾਇਆ, ਦੂਜੇ ਦਾ ਕੀ ਲਗਾਇਆ, ਤੀਜੇ ਦਾ ਕੀ ਲਗਾਇਆ, ਉਹ ਸਾਰੀ ਇਨਫੋਰਮੇਸ਼ਨ ਉੱਥੇ ਆ ਜਾਂਦੀ ਹੈ ਬਾਈ। ਤਾਂ ਇਸ ਮਸ਼ੀਨ ਨੂੰ ਆਪਾਂ ਬੋਲਦੇ ਆ OMR ਮਸ਼ੀਨ, ਯਾਨੀ ਆਪਟੀਕਲ ਮਾਰਕ ਰੀਡਰ, ਮਾਰਕ ਨੂੰ ਰੀਡ ਕਰਨ ਵਾਲੀ, ਮਾਰਕ ਨੂੰ ਰੀਡ ਕਰਨ ਵਾਲੀ ਮਸ਼ੀਨ ਇਹ ਹੈਗੀ ਹੈ। ਉਸ ਤੋਂ ਬਾਅਦ ਬਾਈ ਲਾਈਟ ਪੈਨ, ਇਹ ਦੇਖ ਲਓ, ਇਹ ਇਦਾਂ ਦਾ ਲਾਈਟ ਪੈਨ ਹੁੰਦਾ ਹੈ, ਠੀਕ ਹੈ। ਬਹੁਤ ਸਾਰੀ ਟੱਚ ਡਿਵਾਈਸਾਂ ਦੇ ਵਿੱਚ ਡਿਜ਼ਾਈਨਰ ਜਿਹੜੇ ਹੁੰਦੇ ਆ, ਗ੍ਰਾਫਿਕ ਡਿਜ਼ਾਈਨਰ ਜਿਹੜੇ ਹੁੰਦੇ ਆ ਉਹ ਯੂਜ਼ ਕਰਦੇ ਆ, ਜਾਂ ਫਿਰ ਟੀਚਰ ਵੀ ਯੂਜ਼ ਕਰਦੇ ਆ। ਜਿਹੜੇ ਆਪਾਂ ਤਾਂ ਚਲੋ ਇਹਦੇ ਤੇ ਪੜ੍ਹਾ ਰਹੇ ਹਾਂ, ਜਿਵੇਂ ਟੈਬ ਤੇ ਪੜ੍ਹਾਇਆ ਜਾਂਦਾ ਹੈ ਨਾ, ਉੱਥੇ ਇਹ ਪੈਨ ਜਿਹੜਾ ਯੂਜ਼ ਹੁੰਦਾ ਹੈ, ਠੀਕ ਹੈ। ਉਸ ਤੋਂ ਬਾਅਦ ਬਈ ਕਿੰਬਾਲ ਟੈਗ ਰੀਡਰ, ਇਹ ਡਾਇਰੈਕਟਲੀ ਇਹ ਤੁਹਾਨੂੰ ਨਹੀਂ ਪੁੱਛਦੇ ਕਿਹੋ ਜਿਹਾ ਹੈਗਾ ਜਾਂ ਕੀ ਹੈ, ਬਾਕੀ ਮੈਂ ਇਹਦੀ ਫੋਟੋ ਤਾਂ ਜ਼ਰੂਰ ਐਡ ਕਰੀਏ, ਬਸ ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦਾ ਕਿ ਕਿੰਬਾਲ ਟੈਗ ਰੀਡਰ ਵੀ ਇੱਕ ਤਰ੍ਹਾਂ ਦੀ ਇਨਪੁਟ ਡਿਵਾਈਸ ਹੈਗੀ ਆ। ਇਹ ਹੈਗਾ ਬਈ, ਪਹਿਲਾਂ ਯੂਜ਼ ਹੁੰਦਾ ਸੀ ਟੈਗ ਵਾਸਤੇ, ਠੀਕ ਹੈ। ਅੱਜ ਕੱਲ੍ਹ ਤਾਂ ਉਹ ਬਾਰਕੋਡ ਰੀਡਰ ਵਗੈਰਾ ਆ ਗਏ, ਠੀਕ ਹੈ। ਉਸ ਤੋਂ ਇਲਾਵਾ ਟੱਚ ਸਕਰੀਨ, ਤਾਂ ਟੱਚ ਸਕਰੀਨ ਵੀ ਇੱਕ ਤਰ੍ਹਾਂ ਦੀ ਇਨਪੁਟ ਹੈ। ਇਹ ਦੇਖੋ ਟੱਚ ਸਕਰੀਨ, ਇੱਥੇ ਮੈਂ ਕਲਿੱਕ ਕਰਤਾ, ਇੱਥੇ ਕਲਿੱਕ ਕਰਤਾ, ਤਾਂ ਮੈਂ ਇਨਪੁਟ ਹੀ ਦੇ ਰਿਹਾ, ਮੈਨੂੰ ਪੈਨ ਸਿਲੈਕਟ ਕਰਨਾ, ਮੈਂ ਪੈਨ ਤੇ ਕਲਿੱਕ ਕਰਿਆ ਤਾਂ ਇਨਪੁਟ ਮਿਲ ਗਈ ਨਾ ਇਹਨੂੰ ਕਿ ਬਈ ਕਲਰ ਬਲੂ ਕਰ ਦੇ, ਮੈਂ ਬਲੂ ਤੇ ਟੱਚ ਕਰਿਆ ਇਦਾਂ ਕਰਕੇ। ਤਾਂ ਟੱਚ ਸਕਰੀਨ ਵੀ ਇੱਕ ਤਰ੍ਹਾਂ ਦੀ ਇਨਪੁਟ ਡਿਵਾਈਸ ਹੈਗੀ ਹੈ। ਓਕੇ, ਤਾਂ ਇਹ ਸਾਰੀ ਇਨਪੁਟ ਡਿਵਾਈਸਾਂ ਸੀਗੀ ਬਈ, ਆਪਾਂ ਨੇ ਸਾਰੀ ਪੜ੍ਹ ਲਈ ਕੱਲੀ ਚੀਜ਼। ਕੀਬੋਰਡ ਬਾਰੇ ਥੋੜਾ ਜ਼ਿਆਦਾ ਪੜ੍ਹਿਆ ਆਪਾਂ ਨੇ, ਬਾਕੀ ਜੋ ਪੁਆਇੰਟ ਕੀਬੋਰਡ ਦੇ ਰਹਿ ਗਏ ਉਹ ਮੈਂ ਕਿਸੇ ਹੋਰ ਵੀਡੀਓ ਦੇ ਵਿੱਚ ਕਵਰ ਕਰੂੰ, ਕਿਉਂਕਿ ਇੱਥੇ ਫਿਰ ਸਾਰੇ ਕੀਬੋਰਡ ਹੀ ਹੋ ਜਾਣਾ ਹੈ। ਹੁਣ ਆਪਾਂ ਕੁਐਸਚਨਾਂ ਤੇ ਆਉਂਦੇ ਆ ਬਾਈ। ਪਹਿਲਾ ਕੁਐਸਚਨ ਹੈ, ਟੂ ਦੀ ਬਿਗਨਿੰਗ, ਇਹ ਸਾਰੇ ਕੁਐਸਚਨ ਪ੍ਰੀਵੀਅਸ ਈਅਰ ਹੈ। ਟੂ ਦਾ ਬਿਗਨਿੰਗ ਆਫ ਏ ਟੈਕਸਟ ਲਾਈਨ ਪ੍ਰੈਸ, ਕਿਸੇ ਟੈਕਸਟ ਲਾਈਨ ਦੇ ਬਿਗਨਿੰਗ ਦੇ ਵਿੱਚ, ਸਟਾਰਟਿੰਗ ਦੇ ਵਿੱਚ ਜਾਣ ਲਈ ਸਾਨੂੰ ਕੀ ਪ੍ਰੈਸ ਕਰਨਾ ਪੈਂਦਾ ਹੈ? ਤਾਂ ਤੁਹਾਨੂੰ ਕਿਹਾ ਸੀਗਾ ਹੋਮ ਪ੍ਰੈਸ ਕਰਨਾ ਪੈਂਦਾ ਹੈ। ਹੋਮ ਦਬਾਉਣ ਨਾਲ ਤੁਸੀਂ ਬਿਗਨਿੰਗ ਦੇ ਵਿੱਚ, ਮਤਲਬ ਸਟਾਰਟਿੰਗ ਦੇ ਵਿੱਚ ਚਲੇ ਜਾਂਦੇ ਹੋ ਲਾਈਨ ਦੇ ਤੇ ਡਾਕੂਮੈਂਟ ਦੇ, ਠੀਕ ਹੈ। ਨੈਕਸਟ ਆ ਜਾਓ, ਸਬ ਇੰਸਪੈਕਟਰ ਦਾ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਅ ਵੇ ਟੂ ਫੀਡ ਇਨਸਟਰਕਸ਼ਨ ਥਰੂ ਮਾਊਸ। ਮਾਊਸ ਦੇ ਤੁਸੀਂ ਕਿੱਦਾਂ ਦੀ ਇਨਸਟਰਕਸ਼ਨ ਦੇ ਸਕਦੇ ਹੋ? ਡਬਲ ਕਲਿੱਕ ਕਰ ਸਕਦੇ ਹੋ, ਬਿਲਕੁਲ ਆਪਾਂ ਡਬਲ ਕਲਿੱਕ ਕਰ ਸਕਦੇ ਹਾਂ। ਰਾਈਟ ਕਲਿੱਕ, ਬਿਲਕੁਲ, ਕਿਉਂਕਿ ਮਾਊਸ ਤੁਹਾਨੂੰ ਪਤਾ ਇਦਾਂ ਦਾ ਮਾਊਸ ਹੁੰਦਾ, ਦੇਖੋ ਇਹ ਵਿੱਚ ਗੋਲੀ ਜੀ ਹੁੰਦੀ ਹੈ, ਠੀਕ ਹੈ। ਇਹ ਇੱਕ ਕਲਿੱਕ ਹੁੰਦਾ, ਇਹ ਹੁੰਦਾ ਹੈ, ਠੀਕ ਹੈ। ਤਾਂ ਇੱਕ ਰਾਈਟ ਕਲਿੱਕ ਹੁੰਦਾ, ਇੱਕ ਲੈਫਟ ਕਲਿੱਕ ਹੁੰਦਾ। ਤਾਂ ਰਾਈਟ ਕਲਿੱਕ ਤੁਸੀਂ ਕਰ ਸਕਦੇ ਹੋ ਨਾ, ਬਿਲਕੁਲ, ਤਾਂ ਦੋਨੇ ਕਰ ਸਕਦੇ ਹਾਂ ਬਈ ਆਪਾਂ। ਚੱਕੋ ਫਿਰ ਇਹਦਾ ਆਨਸਰ ਕੀ ਹੈ? ਇਹਦਾ ਆਨਸਰ ਹੈਗਾ B, ਬੋਥ 1 ਐਂਡ 2। ਇਹ ਸਬ ਇੰਸਪੈਕਟਰ ਚ ਆਇਆ ਹੋਇਆ ਕੁਐਸਚਨ ਹੈ 2021 ਵਾਲੇ, ਠੀਕ ਹੈ, ਤੁਸੀਂ ਚੈੱਕ ਕਰ ਲਿਓ ਬਾਈ। ਕੰਟਰੋਲ ਸ਼ਿਫਟ ਤੇ ਆਲਟ ਕਿਹੋ ਜੀ ਕੀਜ਼ ਹੈਗੀ ਆ? ਤਾਂ ਮੈਂ ਤੁਹਾਨੂੰ ਕਿਹਾ ਸੀ ਇਦਾਂ ਪੁੱਛਿਆ ਜਾਂਦਾ ਵੀ ਕੰਟਰੋਲ ਸ਼ਿਫਟ ਤੇ ਆਲਟ ਇਹ ਹੈਗੀ ਆ ਮੋਡੀਫਾਇਰ ਕੀਜ਼, ਠੀਕ ਹੈ, ਮੋਡੀਫਾਇਰ ਕੀਜ਼। ਤੇ ਫੰਕਸ਼ਨ ਕੀਜ਼ ਕਿੰਨੀ ਹੁੰਦੀ ਹੈ? 12। ਅਲਫਾਬੈਟਿਕ 26, ਸੌਰੀ ਇਹ ਤਾਂ ਅਲਫਾ ਨੂਮੈਰਿਕ ਹੈ, ਰਹਿਣ ਦਿਓ ਇਹਨੂੰ। ਓਕੇ, ਨੈਕਸਟ ਦੇਖੋ, ਦੀ ਪੈਟਰਨ ਆਫ ਪ੍ਰਿੰਟਡ ਲਾਈਨਸ ਔਨ ਮੋਸਟ ਪ੍ਰੋਡਕਟਸ ਆਰ ਕਾਲਡ। ਪ੍ਰਿੰਟਡ ਲਾਈਨਾਂ ਦਾ ਪੈਟਰਨ ਕੀ ਖਵਾਉਂਦਾ ਹੈ ਬਈ? ਜਿਹੜਾ ਪ੍ਰੋਡਕਟ ਦੇ ਉੱਤੇ ਹੁੰਦਾ ਹੈ, ਤਾਂ ਬਾਰਕੋਡ ਕਹਿੰਦੇ ਆ ਆਪਾਂ ਨੂੰ, ਹਨਾ, ਬਾਰਕੋਡ। ਇੱਥੇ ਬਾਰਕੋਡ ਹੈਗਾ, ਇਹ ਹੈਗਾ ਬਈ ਬਾਰਕੋਡ, ਠੀਕ ਹੈ। ਨੈਕਸਟ ਬਾਰਕੋਡ, ਠੀਕ ਹੈ, ਲੱਗ ਗਿਆ ਨਾ ਪਤਾ? ਇਹ ਜਿਵੇਂ ਆਪਾਂ ਕੋਈ ਵੀ ਪ੍ਰੋਡਕਟ ਖਰੀਦਦੇ ਆ
ਉਹਦੇ ਪ੍ਰਾਈਸ ਟੈਗ ਦੇ ਉੱਤੇ ਇਦਾਂ ਦੀ ਲਾਈਨਾਂ ਬਣੀ ਹੁੰਦੀ ਹੈ ਨਾ, ਬਾਰਕੋਡ ਇਦਾਂ ਦੀ ਲਾਈਨਾਂ ਬਣੀ ਹੁੰਦੀ ਆ, ਫਿਰ ਇੱਕ ਮਸ਼ੀਨ ਦੇ ਰਾਹੀਂ ਉਹਨੂੰ ਮਤਲਬ ਸਕੈਨ ਕਰ ਲਿਆ ਜਾਂਦਾ ਹੈ। ਉਹ ਬਾਰਕੋਡ ਰੀਡਰ ਜਿਹੜੀ ਮਸ਼ੀਨ ਹੁੰਦੀ ਹੈ ਉਹਨੂੰ ਸਕੈਨ ਕਰ ਲੈਂਦੀ ਆ, ਫਿਰ ਕੰਪਿਊਟਰ ਦੇ ਵਿੱਚ ਉਹਦੀ ਪ੍ਰੋਡਕਟ ਦੀ ਡਿਟੇਲ, ਪ੍ਰਾਈਸ ਵਗੈਰਾ ਸਾਰਾ ਆ ਜਾਂਦਾ ਹੈ। ਹਾਂਜੀ, ਸਬ ਇੰਸਪੈਕਟਰ ਦਾ ਕੁਐਸਚਨ ਹੈ। ਵਿਚ ਆਫ ਦਾ ਫੋਲੋਇੰਗ ਇਜ਼ ਏ ਪੰਕਚੁਏਸ਼ਨ ਕੀ ਫਾਊਂਡ ਇਨ ਏ ਕੀਬੋਰਡ। ਕੀਬੋਰਡ ਦੇ ਵਿੱਚ ਕਿਹੜੀ ਕਿਹੜੀ ਪੰਕਚੁਏਸ਼ਨ ਕੀ ਮਿਲਦੀ ਹੈ? ਕੋਮਾ ਹੈਗਾ, ਪੀਰੀਅਡ, ਸੈਮੀਕੋਲਨ, ਸਾਰੇ ਹੈਗੇ ਆ ਬਈ। ਠੀਕ ਹੈ, ਜਿੰਨੀ ਵੀ ਪੰਕਚੁਏਸ਼ਨ ਕੀ ਹੈਗੀ ਸੀ ਮੈਂ ਤੁਹਾਨੂੰ ਐਡ ਕਰਤੀ ਸੀ, ਇਹ ਸਾਰੀ ਹੈਗੀਆਂ ਪੰਕਚੁਏਸ਼ਨ ਕੀਜ਼, ਜਿੰਨੀ ਵੀ ਕੀਬੋਰਡ ਦੇ ਵਿੱਚ ਹੁੰਦੀ ਹੈ ਮੈਂ ਸਾਰੀ ਹੀ ਐਡ ਕਰੀ ਸੀ। ਮੈਂ ਕਿਹਾ ਕਦੀ ਕੋਈ ਸਕਿਪ ਨਾ ਹੋ ਜੇ, ਇਹ ਸਾਰੀ ਪੰਕਚੁਏਸ਼ਨ ਕੀਜ਼ ਸੀਗੀ ਬਈ। ਠੀਕ ਹੈ, ਚਲੋ ਆਜੋ ਕੁਐਸਚਨ ਦੇ ਉੱਤੇ ਦੁਬਾਰਾ ਆਪਣੇ। ਨੈਕਸਟ ਹੈ ਜੀ, the dash key and dash key can be used in combination with other keys to perform shortcut and special task। shortcut ਵਾਸਤੇ ਜਾਂ ਕੁਝ ਹੋਰ ਸਪੈਸ਼ਲ ਕੰਮ ਕਰਨ ਵਾਸਤੇ ਆਪਾਂ ਕਿਹੜੀ ਕੀ ਨੂੰ ਕੰਬੀਨੇਸ਼ਨ ਦੇ ਵਿੱਚ ਯੂਜ਼ ਕਰਦੇ ਆ? ਤਾਂ ਆਪਾਂ ਕੰਟਰੋਲ ਤੇ ਆਲਟ ਨੂੰ ਯੂਜ਼ ਕਰਦੇ ਆ ਬਈ। ਕੰਟਰੋਲ ਤੇ ਆਲਟ ਨੂੰ ਆਪਾਂ ਕੰਬੀਨੇਸ਼ਨ ਦੇ ਵਿੱਚ ਯੂਜ਼ ਕਰਦੇ ਆ। ਠੀਕ ਹੈ, ਨੈਕਸਟ ਪ੍ਰਸ਼ਨ ਦੇ ਉੱਤੇ ਆ ਜਾਓ। ਪਿਕ ਦੀ ਓਡ ਵਨ। ਬਿਲਕੁਲ ਸਿੰਪਲ ਜਿਹਾ ਕੁਐਸਚਨ ਹੈ। ਦੇਖੋ, ਮਾਊਸ ਹੈ ਜਿਹੜਾ ਇਹ ਵੀ ਇਨਪੁਟ ਹੈ, ਸਕੈਨਰ ਹੈ ਜਿਹੜਾ ਇਹ ਵੀ ਇਨਪੁਟ ਡਿਵਾਈਸ ਹੈ, ਕੀਬੋਰਡ ਵੀ ਇਨਪੁਟ ਡਿਵਾਈਸ ਹੈ, ਪਰ ਪ੍ਰਿੰਟਰ ਹੈ ਜਿਹੜਾ ਇਹ ਆਊਟਪੁੱਟ ਡਿਵਾਈਸ ਹੈ। ਆਨਸਰ ਕੀ ਹੋਇਆ ਫਿਰ ਇਹਦਾ? ਸੀ ਹੋ ਗਿਆ। ਓਡ ਤਾਂ ਇਹੀ ਹੈ ਨਾ, ਬਿਲਕੁਲ ਅਲੱਗ ਤਾਂ ਇਹੀ ਹੈ ਸਾਰਿਆਂ ਚੋਂ। ਨੈਕਸਟ ਹੈ ਜੀ, ਲੈਟਰ, ਨੰਬਰਸ ਐਂਡ ਸਿੰਬਲਸ ਫਾਊਂਡ ਔਨ ਏ ਕੀਬੋਰਡ ਆਰ। ਇਹ ਕੁਐਸਚਨ ਵੀ ਪੁੱਛਿਆ ਹੋਇਆ ਸੀਗਾ ਤੇ ਬਹੁਤ ਹੀ ਸਿੰਪਲ ਕੁਐਸਚਨ ਹੈ, ਬਹੁਤ ਹੀ ਸਿੰਪਲ ਕੁਐਸਚਨ ਹੈ। ਕੁਐਸਚਨ ਕੀ ਹੈ? ਦੇਖੋ, ਜਿਹੜਾ ਵੀ ਕੀਬੋਰਡ ਹੁੰਦਾ ਹੈ, ਮੰਨ ਲਓ ਕੋਈ ਵੀ ਕੀਬੋਰਡ ਹੈ, ਉਹਦੇ ਤੇ ਆਪਾਂ ਬੋਲਦੇ ਨੇ ਇਹ ਬਹੁਤ ਸਾਰੇ ਬਟਨ ਹੈ, ਇਹਦੇ ਤੇ A ਲਿਖਿਆ ਹੋਇਆ, B ਲਿਖਿਆ ਹੋਇਆ, C ਲਿਖਿਆ ਹੋਇਆ। ਉਹ ਬਟਨ ਨਹੀਂ ਹੁੰਦੇ ਬਈ, ਉਹਨੂੰ ਆਪਾਂ ਬਟਨ ਨਹੀਂ ਕਹਾਂਗੇ। ਠੀਕ ਹੈ, ਬਹੁਤ ਹੀ ਕਾਮਨ ਕੁਐਸਚਨ ਹੈ, ਉਹਨੂੰ ਆਪਾਂ ਬਟਨ ਨਹੀਂ ਬੋਲਦੇ, ਉਹਨੂੰ ਆਪਾਂ ਬਈ ਕੀਜ਼ ਬੋਲਦੇ ਆ। ਕੀ ਬੋਲਦੇ ਆ? ਕੀਜ਼। ਤਾਂ ਇਹੀ ਪੁੱਛਿਆ ਹੋਇਆ ਇਹਨਾਂ ਨੇ ਕਿ ਕੀਬੋਰਡ ਦੇ ਉੱਤੇ ਜਿਹੜੇ ਲੈਟਰ ਲਿਖੇ ਹੁੰਦੇ ਆ, ਨੰਬਰ ਲਿਖੇ ਹੁੰਦੇ ਆ, ਸਿੰਬਲ ਲਿਖੇ ਹੁੰਦੇ ਆ, ਉਹ ਕੀ ਹੁੰਦੇ ਆ? ਉਹਨੂੰ ਕੀ ਕਹਿੰਦੇ? ਆਪਾਂ ਕੀ ਕਹਿੰਦੇ ਆ ਉਹਨੂੰ? ਕੀ ਕਹਿੰਦੇ ਆ? ਕੀ ਕਹਿੰਦੇ ਆ? ਕੀ। ਠੀਕ ਹੈ, ਤਾਂ ਇਹ ਮਤਲਬ ਇਹੋ ਜਿਹੇ ਕੁਐਸਚਨ ਵੀ ਆ ਜਾਂਦੇ ਆ। ਦੇਖੋ ਆਪਸ਼ਨ ਦੇਖੋ, ਆਈਕਨ ਪੁੱਛਿਆ ਹੋਇਆ ਇਹਨਾਂ ਨੇ, ਸਕਰੀਨ ਮੀਨੂ ਤੇ ਬਟਨ। ਜੇ ਬਟਨ ਲਿਖਿਆ ਹੁੰਦਾ ਤਾਂ ਜ਼ਿਆਦਾ ਕਨਫਿਊਜ਼ਨ ਹੋ ਜਾਂਦੀ ਸੀ, ਕਿਉਂਕਿ ਬਹੁਤ ਸਾਰੇ ਬੱਚੇ ਨੇ ਬਟਨ ਹੀ ਕਲਿੱਕ ਕਰਨਾ ਸੀ ਕਿ ਆਪਾਂ ਬਟਨ ਕਹਿੰਦੇ ਆ, ਬਟ ਆਪਾਂ ਉਹਨੂੰ ਬਟਨ ਨਹੀਂ ਕਹਿੰਦੇ, ਆਪਾਂ ਕੀ ਬੋਲਦੇ ਆ? ਕੀਜ਼। ਓਕੇ, ਆਈਕਨ ਨਹੀਂ ਬੋਲਦੇ ਬਾਈ। ਨੈਕਸਟ, ਪਾਵਰਫੁਲ ਕੀ that lets you exit a program when pushed। ਪਾਵਰਫੁਲ ਕੀ ਕਿਹੜੀ ਹੈ ਜਿਹੜੀ ਤੁਹਾਨੂੰ ਪ੍ਰੋਗਰਾਮ ਤੋਂ ਐਗਜ਼ਿਟ ਕਰਨ ਦੇ ਵਿੱਚ ਹੈਲਪ ਕਰਦੀ ਹੈ? ਤਾਂ ਉਹ ਹੈਗੀ ਹੈ ਐਸਕੇਪ ਕੀ। ਤੁਹਾਨੂੰ ਪਤਾ ਹੈ ਨਾ, ਕੋਈ ਵੀ ਪ੍ਰੋਗਰਾਮ ਚੱਲਦਾ ਤਾਂ ਤੁਸੀਂ ਐਸਕੇਪ ਦਬਾਓਗੇ ਤਾਂ ਐਗਜ਼ਿਟ ਹੋ ਸਕਦੇ ਹੋ। ਨੈਕਸਟ, the mouse dash usually appears in the shape of an arrow। ਮਾਊਸ ਆਪਾਂ ਯੂਜ਼ ਕਰਦੇ ਆ, ਠੀਕ ਹੈ, ਇੱਕ ਐਰੋ ਦੇ ਨਿਸ਼ਾਨ ਦੇ ਵਿੱਚ, ਉਹ ਜਿਹੜਾ ਆਪਣੀ ਸਕਰੀਨ ਦੇ ਉੱਤੇ ਆਂਦਾ ਉਹਨੂੰ ਆਪਾਂ ਕੀ ਬੋਲਦੇ ਆ? ਬਸ ਇਹ ਕੁਐਸਚਨ ਹੈ, ਉਹਨੂੰ ਆਪਾਂ ਬੋਲਦੇ ਆ ਬਾਈ ਪੁਆਇੰਟਰ। ਇਹ ਜਿਹੜਾ ਬਣਿਆ ਹੁੰਦਾ ਮਾਊਸ ਆਪਾਂ ਯੂਜ਼ ਕਰਦੇ ਆ, ਮਾਊਸ ਨੂੰ ਇੱਧਰ ਉੱਧਰ ਕਰਦੇ ਆ ਤਾਂ ਇਹ ਵੀ ਇੱਧਰ ਉੱਧਰ ਹੁੰਦਾ ਨਾ ਐਰੋ, ਹੈਨਾ, ਉਹਨੂੰ ਆਪਾਂ ਕੀ ਬੋਲਦੇ ਆ? ਪੁਆਇੰਟਰ ਬੋਲਦੇ ਆ। ਯਾਦ ਰੱਖਣਾ, ਇਹ ਸਾਰੇ ਕੁਐਸਚਨ ਪੁੱਛੇ ਹੋਏ ਆ ਪੰਜਾਬ ਦੇ ਅਲੱਗ-ਅਲੱਗ ਐਗਜ਼ਾਮਸ ਦੇ ਵਿੱਚ। ਠੀਕ ਹੈ, ਇਹ ਸਾਰਾ ਕੁਝ ਇਨਪੁਟ ਡਿਵਾਈਸਾਂ ਦੇ ਉੱਤੇ ਸੀਗਾ ਬਾਈ, ਤੇ ਨੈਕਸਟ ਵੀਡੀਓ ਆਪਣੀ ਆਊਟਪੁੱਟ ਡਿਵਾਈਸਾਂ ਦੇ ਉੱਤੇ ਹੋਊਗੀ, ਤੇ ਜਿੰਨੀ ਜਲਦੀ ਹੋ ਸਕਦਾ ਹੈ ਆਪਾਂ ਇਹ ਸਿਲੇਬਸ ਕਵਰ ਕਰਾਂਗੇ, ਕਿਉਂਕਿ ਕਾਫੀ ਡਿਲੇ ਹੋ ਜਾਂਦਾ ਹੈ ਵਿੱਚ, ਕਈ ਦਿਨ ਦਾ ਗੈਪ ਹੋ ਜਾਂਦਾ, ਬਟ ਆਪਾਂ ਰੈਗੂਲਰ ਰਹਿਣ ਦੀ ਕੋਸ਼ਿਸ਼ ਕਰਾਂਗੇ, ਤੁਹਾਨੂੰ ਡੇਲੀ ਇੱਕ ਵੀਡੀਓ ਮਿਲ ਜੇ ਫਟਾਫਟ, ਤੁਹਾਡਾ ਇਹ ਜਿਹੜਾ ਕੰਪਿਊਟਰ ਦਾ ਟੌਪਿਕ ਹੈ ਫਟਾਫਟ ਖਤਮ ਹੋ ਜਾਏ। ਠੀਕ ਹੈ, ਓਕੇ, ਥੈਂਕ ਯੂ। ਬਾਕੀ ਕੋਈ ਕੁਐਰੀ ਤੁਹਾਡੀ ਹੈਗੀ ਆ ਮੈਨੂੰ ਮੈਸੇਜ ਕਰ ਦਿਓ ਬਾਈ, ਇਹ ਮੇਰਾ ਇੰਸਟਾਗ੍ਰਾਮ ਅਕਾਊਂਟ ਹੈ। ਤੇ ਪੰਜਾਬ ਸਬ ਇੰਸਪੈਕਟਰ ਦੇ ਸ਼ਿਫਟਾਂ ਜਿਹੜੀ ਹੈਗੀਆਂ ਹਨਾ, ਸਾਰਿਆਂ ਦੀ ਜੀਕੇ ਮੈਂ ਸੋਲਵ ਕਰਾ ਰਿਹਾ, ਉਹ ਵੀਡੀਓਜ਼ ਜ਼ਰੂਰ ਦੇਖੋ ਤੇ ਸ਼ੇਅਰ ਕਰੋ ਸਾਰਿਆਂ ਨੂੰ। ਬਾਕੀ ਇਹ ਵੀਡੀਓਜ਼ ਵੀ ਸ਼ੇਅਰ ਕਰੋ ਬਾਈ, ਤੇ ਮਾਡਰਨ ਹਿਸਟਰੀ ਦੀ ਕਲਾਸਾਂ ਚੱਲੀ ਹੋਈਆਂ ਉਹ ਵੀ ਅਟੈਂਡ ਕਰ ਲਓ। ਬਾਕੀ ਕੋਈ ਕੁਐਰੀ ਹੈ ਮੈਨੂੰ ਮੈਸੇਜ। ਠੀਕ ਹੈ, ਥੈਂਕ ਯੂ।